कि इस मसले दे विच जां तां जानबुझ के कोई कार्रवाई नहीं करना चाहुंदे जां फिर वो जिवें कहंदे ने कि बुत्ता सार दिता कि रिपोर्ट तुसीं मंगदे लो रिपोर्ट देती। हुण दसो की करना। जिस वेले हाकम मुलाजम तो कह के गलती करांदा ते फिर मुलाजम कहंदा जी पहला मेरा बचाव करो, बिल्कुल, फिर उन्होंने श्योरिटी देंदा हाकम कि तेरा कुछ नहीं बिगड़ेगा। गल्लां समझण वालियां, पता नहीं साडी सिख कौम है गल्लां नूं क्यों नहीं समझ रही। जे आपां पंजाब दे विच श्रोमणी गुरुद्वारा प्रबंधक कमेटी नूं देखीए तां मक्कड़ साहब दा वेड़ा, मुख सकत्तर जिहड़े हरचरण सिंह जिहड़े हुण नहीं इस दुनिया ते रहे, उन्हां दा समां उन्हां ते भी जिहड़ा उन्हां नूं विच घेरिया गया। इहदे विच मौजूदा समय दे विच गोबिंद सिंह लोंगोवाल जां मुख सकत्तर रूप सिंह दा नाम भी कहंदे विच आया। हुण जिहड़े उस रूप गए बड़ी स्पष्ट जिहड़ी गल दी इंक्वायरी होनी चाहिदी सी, वो ईशर सिंह ते उहदे नाल लगियां दो बीबियां जानबूझ के नहीं करदियां। फिर मोर्चਿਆਂ ਦਾ ਕੀ ਫਾਇਦਾ ਕਿ ਜਿਹੜੇ ਉੱਥੇ ਮੋਰਚਾ ਲਾਈ ਬੈਠੇ ਨੇ ਜਾਂ ਅਲੱਗ-ਅਲੱਗ ਥਾਵਾਂ ਤੇ ਪੰਜਾਬ ਭਰ ਵਿੱਚ ਕਿਤੇ ਨਾ ਕਿਤੇ ਛੋਟਾ-ਮੋਟਾ ਮੋਰਚਾ ਵੀ ਲਾਈ ਬੈਠੇ ਨੇ ਕਿ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ, ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ। ਕਿ ਇਹ ਵੀ ਸਕ੍ਰਿਪਟਡ ਲੱਗਦਾ ਤੁਹਾਨੂੰ? ਹਵਾਰੇ ਦਾ ਕੋਈ ਬਿਆਨ ਆਇਆ ਹਵਾਰਾ ਕਮੇਟੀ ਦਾ, ਹੋਰ ਦਾ ਕੋਈ ਬਾਹਰ ਓਪਨਲੀ ਬਿਆਨ ਆਇਆ ਪੰਥਕ ਅਸੈਂਬਲੀ ਚਲਾ ਰਿਹਾ? ਨਹੀਂ ਆਇਆ। ਕੇਵਲ ਸਿੰਘ ਦਾ ਕੋਈ ਬਿਆਨ ਆਇਆ? ਨਹੀਂ ਆਇਆ। ਆਪਣਾ ਦਲ ਖਾਲਸਾ ਦਾ ਇਸ ਇਸ਼ੂ ਤੇ ਕੋਈ ਬਿਆਨ ਆਇਆ? ਨਹੀਂ ਆਇਆ। ਤੇ ਸੁਮੇਧ ਸੈਣੀ ਤਾਂ ਕਹਿੰਦਾ ਕਿ ਬਈ ਮੈਨੂੰ ਸਾਰਿਆਂ ਦਾ ਪਤਾ, ਤੁਸੀਂ ਮੈਨੂੰ ਫਸਾਓਗੇ ਮੈਂ ਤੁਹਾਨੂੰ ਫਸਾਊਂਗਾ। ਆਪਣੇ ਪੈਨ ਨਾਲ ਸਿਗਨੇਚਰ ਕਰਕੇ ਤਸਦੀਕ ਕਰਦਾ ਕਿ ਬਈ ਇਹ ਗੁਰੂ ਗ੍ਰੰਥ ਸਾਹਿਬ ਜੀ 'ਚ ਲਗਾ ਮਾਤਰਾ ਦੀ ਤੇ ਸ਼ਬਦਾਂ ਦੀ ਕੋਈ ਗਲਤੀ ਨਹੀਂ ਹੈ। ਅਕਾਲੀ ਦਲ ਬਾਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਜੇਬ ਵਿੱਚੋਂ ਪ੍ਰਧਾਨ ਨਿਕਲਦੇ ਨੇ, ਉਹਦੀ ਜੇਬ ਵਿੱਚੋਂ ਹੀ ਅੰਤਰਿੰਗ ਕਮੇਟੀ ਨਿਕਲਦੀ ਹੈ, ਉਹਦੀ ਜੇਬ ਵਿੱਚੋਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲਦੀ ਹੈ। ਕਮਿਸ਼ਨ ਵੀ ਚੁੱਪ ਹੈ, ਦਿੱਲੀ ਵਾਲੇ ਵੀ ਚੁੱਪ ਨੇ, ਬਾਦਲ ਪਰਿਵਾਰ ਵੀ ਟੋਟਲ ਚੁੱਪ ਹੈ। ਦੇਖੋ ਪੰਥ ਦਾ ਇੰਨਾ ਵੱਡਾ ਮਸਲਾ ਆ ਗਿਆ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਆਪਣੇ ਆਪ ਨੂੰ ਵਾਹਦ ਧਾਰਮਿਕ ਤੇ ਸਿਆਸੀ ਜਮਾਤ ਦੱਸਦੀ ਹੈ ਤੇ ਸੁਖਬੀਰ ਸਿੰਘ ਬਾਦਲ ਦਾ ਇੱਕ ਵੀ ਬਿਆਨ ਨਹੀਂ ਆਉਂਦਾ ਇਸ ਮੁੱਦੇ ਤੇ। ਈਸ਼ਰ ਸਿੰਘ ਕਮਿਸ਼ਨ ਹੈ ਇਸ ਚੀਜ਼ ਤੇ, ਔਰ ਦੋਨੋਂ ਮੁਹਤਰਮਾ ਇੱਕ ਹੋਰ ਪੰਜਾਬ ਹਰਿਆਣਾ ਹਾਈ ਕੋਰਟ ਦੀ ਹੈ, ਇੱਕ ਸੀਏ ਨਾਲ ਉਹਦੇ, ਇਸ ਚੀਜ਼ ਤੇ ਸਾਇਲੈਂਟ ਹੋ ਗਏ, ਮੂੰਹ ਸੀ ਗਏ, ਆਪਣਾ ਜਿਪ ਲਗਾ ਗਏ। ਉਸੇ ਸਰੂਪ ਦੇ ਜਿਹੜਾ ਸਟਿੱਕਰ ਬਾਹਰ ਲੱਗਾ ਹੋਇਆ ਉਹ ਜਿਹੜਾ ਨੰਬਰ ਹੈ ਉਹਨਾਂ 'ਚ 3300 ਦੇ ਵਿੱਚ ਫਰਕ ਹੈ। ਉਹ ਸਰੂਪ ਕਿਸਨੇ ਤਿਆਰ ਕਰਵਾਏ? ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਹਾਕਮਾਂ ਨੇ ਕਦੇ ਆਪ ਹੀ ਤਾਂ ਨਹੀਂ ਤਿਆਰ ਕਰਾ ਲਏ? ਤੇ ਉਹਨਾਂ ਸਰਸਿਆਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹ ਸਰੂਪ ਕਿੰਨੇ ਲਏ ਸੀ। ਸਰਨਾ ਭਰਾ ਉਸ ਵੇਲੇ ਉਹਨਾਂ ਦੀ ਕਮੇਟੀ ਉਦੋਂ ਜਿਹੜੇ ਵੀ ਸੀ ਆਪਾਂ, ਕਿਉਂਕਿ ਮੈਂ ਐਨੀ ਉਸ ਤੇ ਨਹੀਂ 14 ਔਰ 16 ਹੀ ਜਿਹੜੇ ਦਿੱਲੀ ਇਸ ਤਰ੍ਹਾਂ ਦਰਅਸਲ ਹੈ ਚੱਲਦਾ ਰਿਹਾ ਜੀ, ਰਾਤੋਂ ਰਾਤ ਬਦਲ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗਾਇਬ ਹੋਏ ਸਰੂਪਾਂ ਦੀ ਰਿਪੋਰਟ ਜਨਤਕ ਕਰ ਦਿੱਤੀ ਗਈ ਹੈ। ਉਸ ਰਿਪੋਰਟ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ, ਕਈ ਤਰ੍ਹਾਂ ਦੀਆਂ ਉਣਤਾਈਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਲੋਕ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਕਸੂਰ ਕਿਸ ਦਾ ਸੀ ਤੇ ਕਸੂਰਵਾਰ ਕਿਸ ਨੂੰ ਠਹਿਰਾਇਆ ਜਾ ਰਿਹਾ। ਸ਼੍ਰੋਮਣੀ ਕਮੇਟੀ ਦੇ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਰ ਕਿੱਥੇ ਤੱਕ ਜੁੜਦੇ ਨੇ, ਸਿਆਸੀ ਆਕਾਵਾਂ ਨੂੰ ਕਿਉਂ ਬਖਸ਼ਿਆ ਜਾ ਰਿਹਾ, ਇਸ ਸਭ ਦੇ ਉੱਤੇ ਸਵਾਲ ਉੱਠਦੇ ਨੇ। ਜਦੋਂ ਮੁੱਖ ਸਕੱਤਰਾਂ ਦੇ ਉੱਤੇ ਸਵਾਲ ਉੱਠਣ ਤਾਂ ਨਾਲੋਂ ਨਾਲ ਜਿਹੜੇ ਅੰਤਰਿੰਗ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦਾ ਨਾਮ ਜਿਹੜਾ ਉਹ ਚਰਚਾ ਵਿੱਚ ਰਹਿੰਦਾ ਹੈ, ਉਹ ਕਿਉਂ ਨਹੀਂ ਬੋਲਦੇ? ਉਹਨਾਂ ਦੇ ਉੱਤੇ ਇਲਜ਼ਾਮ ਜਦੋਂ ਲੱਗਦੇ ਨੇ ਤਾਂ ਉਹ ਇਹਨਾਂ ਚੀਜ਼ਾਂ ਨੂੰ ਕੀ ਛੁਪਾ ਰਹੇ ਨੇ? ਇਹਨਾਂ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਕਈ ਅਜਿਹੇ ਲੀਡਰ ਵੀ ਨੇ ਜਿਹੜੇ ਸਾਡੇ ਸਿੱਖਾਂ ਦੀ ਅਗਵਾਈ ਕਰਦੇ ਨੇ, ਕੌਮ ਦੀ ਅਗਵਾਈ ਕਰਦੇ ਨੇ, ਜਾਂ ਕਈ ਮੋਰਚਿਆਂ ਦੇ ਵਿੱਚ ਬੈਠੇ ਰਹੇ ਨੇ ਤੇ ਬੈਠੇ ਹੋਏ ਨੇ। ਉਹਨਾਂ ਤੇ ਵੀ ਸਵਾਲ ਉੱਠਦੇ ਨੇ ਕਿ ਆਖਿਰਕਾਰ ਇਹਨਾਂ ਦੀ ਮਨਸ਼ਾ ਕੀ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਵਿੱਚ ਇਨਸਾਫ ਲੈਣਾ ਜਾਂ ਫਿਰ ਇਸ ਮਸਲੇ ਦੇ ਉੱਤੇ ਵੀ ਸਿਆਸਤ ਕਰਨੀ ਹੈ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਅਸੀਂ ਇੱਕ ਵਾਰ ਫਿਰ ਤੋਂ ਅਤਿੰਦਰਪਾਲ ਸਿੰਘ ਜੀ ਦੇ ਕੋਲ ਪਹੁੰਚੇ ਹਾਂ, ਜੋ ਕਿ ਸਾਬਕਾ ਮੈਂਬਰ ਪਾਰਲੀਮੈਂਟ ਨੇ ਤੇ ਇਹਨਾਂ ਸਿੱਖਾਂ ਦੇ ਮਸਲਿਆਂ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਆਪਣੇ ਸਵਾਲ ਚੁੱਕਦੇ ਨੇ ਤੇ ਗੱਲਬਾਤ ਰੱਖਦੇ ਨੇ। ਪਿਛਲੇ ਦਿਨੀ ਇਹਨਾਂ ਨੇ ਰਿਪੋਰਟ ਆਪਣੇ ਵੱਲੋਂ ਨਸ਼ਰ ਕੀਤੀ ਸੀ। ਇੱਕ ਗੱਲ ਜਿਹੜੀ ਹੈ ਉਹ ਇਹਨਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਕਿੱਥੇ ਕਿਸ ਨੇ ਕੀ ਕੁਝ ਕੀਤਾ। ਅਤਿੰਦਰਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ ਲੋਕ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤਿੰਦਰਪਾਲ ਸਿੰਘ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਉਣਤਾਈਆਂ ਦੇ ਵਿੱਚ ਜੇ ਆਪਾਂ ਮੈਂਬਰਾਂ ਦੀ ਗੱਲ ਕਰੀਏ ਤਾਂ ਕਿਹਦਾ ਨਾਮ ਜਿਹੜਾ ਇਸ ਰਿਪੋਰਟ ਵਿੱਚ ਸਾਹਮਣੇ ਆ? ਦੇਖੋ, ਉਹ ਬੜੀ ਸਪਸ਼ਟ ਗੱਲ ਹੈ ਕਿ 2014 ਤੋਂ ਜੀ 2020 ਤੱਕ
ਜਿੰਨੇ ਪ੍ਰਧਾਨ ਨੇ, ਜਿੰਨੇ ਸਕੱਤਰ ਨੇ, ਜਿਹੜਾ ਵੀ ਮੁੱਖ ਸਕੱਤਰ ਬਣਿਆ, ਜਿਹੜੀ ਵੀ 10 ਮੈਂਬਰੀ ਅੰਤਰਿੰਗ ਕਮੇਟੀ ਬਣੀ, ਐਗਜੀਕਿਊਟਿਵ ਕਮੇਟੀ, ਤੇ ਫਿਰ ਸਮੁੱਚਾ ਹਾਊਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪਹਿਲਾ ਦੋਸ਼ੀ ਇਹ ਬੰਦੇ ਨੇ ਜੀ। ਮੁਲਾਜ਼ਮ ਸੈਕੰਡਰੀ ਨੰਬਰ ਤੇ ਆਉਂਦੇ। ਬਿਲਕੁਲ, ਮੁਲਾਜ਼ਮ ਨੂੰ ਤਾਂ ਜੋ ਇਸ਼ਾਰਾ ਹੋਏਗਾ, ਮੁਲਾਜ਼ਮ ਨੂੰ ਤੇ ਜੋ ਇਸ਼ਾਰਾ ਕਰਨਗੇ, ਜੋ ਕੰਮ ਹੈ ਕਹਿਣਗੇ, ਮੁਲਾਜ਼ਮ ਨੇ ਉਹ ਕੰਮ ਕਰਨਾ ਹੈ। ਬਿਲਕੁਲ, ਜੇ ਇਹ ਕੰਮ ਗਲਤ ਕਹਿਣਗੇ, ਜੇ ਮੁਲਾਜ਼ਮ ਆਪਣੀ ਜ਼ਮੀਰ ਹੀ ਸਹੀ ਸਮਝਦਾ ਕਿ ਬਈ ਮੈਂ ਗੁਰੂ ਨਾਲ ਨਹੀਂ ਬਣਾ ਜੀ, ਹੋਰ ਜੇ ਉਹ ਕਹਿ ਦੇ ਜੀ ਮੈਂ ਕੰਮ ਨਹੀਂ ਕਰਨਾ, ਤੇ ਉਹਨੂੰ ਕਹਿ ਦਿੰਦੇ ਨੇ ਤੇਰੀ ਨੌਕਰੀ ਦਾ ਸਵਾਲ ਹੈ। ਬਿਲਕੁਲ, ਹੁਣ ਮੁਲਾਜ਼ਮ ਨੇ ਤੇ ਆਪਣਾ ਟੱਬਰ ਵੀ ਪਾਲਣਾ ਜੀ, ਉਹ ਕਹਿ ਦਿੰਦਾ ਜੀ ਫਿਰ ਮੈਨੂੰ ਕਿਤੇ ਹੋਰ ਬਦਲੀ ਕਰ ਦਿਓ ਜੀ, ਤੇ ਇਹਨਾਂ ਕੋਲ ਮੁਲਾਜ਼ਮ ਤਾਂ ਬਹੁਤ ਜ਼ਿਆਦਾ ਨੇ ਜੀ, ਠੀਕ ਆ ਨਾ ਜੀ। ਆਪਣੀ ਪਸੰਦ ਦਾ ਮੁਲਾਜ਼ਮ ਲੈ ਆਉਂਦੇ ਨੇ ਜੀ, ਜਿਹੜਾ ਇਹਨਾਂ ਦੇ ਹਿਸਾਬ ਨਾਲ ਕੰਮ ਕਰੇ। ਬਿਲਕੁਲ, ਤੇ ਮੁਲਾਜ਼ਮਾਂ ਦੀਆਂ ਗਲਤੀਆਂ ਕੱਢਣੀਆਂ ਉਹਨਾਂ ਦੇ ਮੁਲਾਜ਼ਮਤ ਅਧਿਕਾਰਾਂ ਦੇ ਅੰਦਰ ਆਉਂਦਾ ਹੈ। ਗੱਲ ਜਿਹੜੀ ਮੇਨ ਸਮਝਣ ਵਾਲੀ ਹੈ, ਬਿਲਕੁਲ, ਮੁਲਾਜ਼ਮਾਂ ਤੋਂ ਗਲਤੀਆਂ ਕਰਵਾਉਣ ਵਾਲੀ ਮੇਨ ਧਿਰ ਹੈ। ਬਿਲਕੁਲ, ਇੱਕ ਹੈਗੀ ਆ ਮੁਲਾਜ਼ਮ ਨੇ ਆਪ ਗਲਤੀ ਕੀਤੀ ਮਿੱਥ ਕੇ, ਜੀ, ਉਹਦੇ ਲਈ ਉਹ ਦੋਸ਼ੀ ਹੈ, ਬਿਲਕੁਲ, ਉਹਦੇ ਲਈ ਇੱਕ ਸਿਸਟਮ ਹੈ, ਪ੍ਰਕਿਰਿਆ ਬਣੀ ਹੋਈ ਹੈ। ਇੱਕ ਹੈਗਾ ਕਿ ਜਿਹੜਾ ਸਿਆਸੀ ਮੁਖੀ ਹੈ, ਜੀ, ਕਿਉਂਕਿ ਸਾਡਾ ਲੋਕਤੰਤਰ ਹੈ, ਬਿਲਕੁਲ, ਲੋਕਤੰਤਰ ਵਿੱਚ ਸੱਤਾ ਜਿਹਨੂੰ ਲੋਕ ਪ੍ਰਤੀਨਿਧ ਬਣਾ ਕੇ ਭੇਜਦੇ ਨੇ, ਉਹ ਸਿਆਸੀ ਬੰਦਾ ਜਿਸ ਵੇਲੇ ਹਾਕਮ ਬਣ ਜਾਂਦਾ, ਮੁਲਾਜ਼ਮ ਉਹਦੇ ਅਧੀਨ ਹੋ ਜਾਂਦਾ। ਜੀ, ਹੁਣ ਜੇ ਤੇ ਮੁਲਾਜ਼ਮ ਨੇ ਆਪਣੇ ਤੌਰ ਤੇ ਗਲਤੀ ਕੀਤੀ ਹੈ, ਫਿਰ ਉਹ ਕਸੂਰਵਾਰ ਹੈ। ਉਹਦੀ ਜੋ ਸਿਸਟਮ ਬਣਿਆ ਹੋਇਆ ਸਰਵਿਸ ਮੈਟਰ ਵਿੱਚ ਹੀ ਜਿਹੜਾ ਡਿਪਾਰਟਮੈਂਟਲ ਇਨਕੁਆਇਰੀ ਦਾ ਜਾਂ ਡਿਪਾਰਟਮੈਂਟਲ ਦੋਸ਼ੀ ਸਾਬਤ ਕਰਨ ਦਾ ਸਿਸਟਮ ਹੈ, ਉਹਦੇ 'ਚੋਂ ਫਸ ਜਾਂਦਾ। ਬਿਲਕੁਲ, ਪਰ ਜਿਸ ਵੇਲੇ ਹਾਕਮ ਮੁਲਾਜ਼ਮ ਤੋਂ ਕਹਿ ਕੇ ਗਲਤੀ ਕਰਾਂਦਾ, ਤੇ ਫਿਰ ਮੁਲਾਜ਼ਮ ਕਹਿੰਦਾ ਜੀ ਪਹਿਲਾਂ ਮੇਰਾ ਬਚਾਅ ਕਰੋ, ਬਿਲਕੁਲ, ਫਿਰ ਉਹਨੂੰ ਸ਼ੋਰਟੀ ਦਿੰਦਾ ਹਾਕਮ ਕਿ ਤੇਰਾ ਕੁਛ ਨਹੀਂ ਵਿਗੜੇਗਾ। ਬਿਲਕੁਲ, ਗੱਲਾਂ ਸਮਝਣ ਵਾਲੀਆਂ। ਪਤਾ ਨਹੀਂ ਸਾਡੀ ਸਿੱਖ ਕੌਮ ਹੈ ਗੱਲਾਂ ਨੂੰ ਕਿਉਂ ਨਹੀਂ ਸਮਝ ਰਹੀ। ਇੰਨੇ ਵਿਦਵਾਨ ਉੱਥੇ ਚਲੇ ਗਏ, ਰਿਪੋਰਟ ਹੁਣ ਤਾਂ ਮੈਨੂੰ ਜਨਤਕ ਕੀਤੇ ਰਿਪੋਰਟ ਇੱਕ ਹਫ਼ਤਾ ਹੋ ਗਿਆ, ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਕਰ ਦਿੱਤੀ, ਬਿਲਕੁਲ, ਕਿਉਂਕਿ ਮੇਰੇ ਹਿਰਦੇ 'ਚ ਪੀੜ ਹੈ, ਕੌਮ ਦੀ ਪੀੜ ਹੈ। ਫਿਰ ਵੀ ਅਤਿੰਦਰਪਾਲ ਸਿੰਘ ਜੀ, ਇਹ ਮਸਲਾ ਨਾ ਠੰਡਾ ਜਿਹਾ ਲੱਗ ਰਿਹਾ ਕਿ ਇਸ ਮਸਲੇ ਦੇ ਵਿੱਚ ਜਾਂ ਤਾਂ ਜਾਣਬੁੱਝ ਕੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ, ਜਾਂ ਫਿਰ ਉਹ ਜਿਵੇਂ ਕਹਿੰਦੇ ਨੇ ਕਿ ਬੁੱਤਾ ਸਾਰ ਦਿੱਤਾ ਕਿ ਰਿਪੋਰਟ ਤੁਸੀਂ ਮੰਗਦੇ ਲੋ, ਰਿਪੋਰਟ ਦੇਤੀ, ਹੁਣ ਦੱਸੋ ਕੀ ਕਰਨਾ। ਨਹੀਂ, ਮੈਂ ਉਹੀ ਉਸੇ ਚੀਜ਼ ਵੱਲ ਤੁਹਾਨੂੰ ਲੈ ਕੇ ਆਉਣਾ ਚਾਹ ਰਿਹਾ ਕਿ ਜਿਹੜੀ ਤੁਸੀਂ ਕਹਿ ਰਹੇ ਨਾ ਬੁੱਤਾ ਸਾਰ ਦਿੱਤਾ ਜਾਂ ਠੰਡਾ ਮਸਲਾ ਕਿਉਂ ਹੈ, ਉਹਦੀ ਵਜ੍ਹਾ ਤੁਹਾਨੂੰ ਬੇਸਿਕ ਵਜ੍ਹਾ ਦੱਸ ਰਹੇ ਹਾਂ ਜੀ। ਬੇਸਿਕ ਵਜ੍ਹਾ ਹੀ ਇਹੀ ਹੈ ਕਿ ਵੀ ਹਾਕਮ ਨੇ ਕਹਿ ਕੇ ਜੀ ਸਾਰੀਆਂ ਬੇਅਦਬੀਆਂ ਕਰਾਈਆਂ ਨੇ ਜੀ, ਮੁਲਾਜ਼ਮਾਂ ਨੂੰ ਕਹਿ ਕੇ ਕਰਾਈਆਂ ਨੇ। ਸਿਆਸੀ ਹਾਕਮ ਸਿਆਸੀ ਨੇ ਹਮੇਸ਼ਾ। ਲੋਕਤੰਤਰ ਵਿੱਚ ਮੈਂ ਬਾਰ-ਬਾਰ ਇਹੀ ਕਹਿ ਰਿਹਾ, ਹਾਕਮ ਸਿਆਸੀ ਹੈ, ਸੱਤਾਧਾਰੀ ਧਿਰ ਹਮੇਸ਼ਾ ਸਿਆਸੀ ਹੈ। ਜਿਵੇਂ ਬਾਦਲਾਂ ਨੇ ਸੁਮੇਧ ਸੈਣੀ ਨੂੰ ਕਹਿ ਕੇ ਸਾਰਾ ਕੁਝ ਕਰਾਇਆ, ਉਸੇ ਸੁਮੇਧ ਸੈਣੀ ਨੂੰ ਬੇਅੰਤ ਸਿੰਘ ਨੇ ਵੀ ਕਹਿ ਕੇ ਕਰਵਾਇਆ। ਉਸੇ ਸੁਮੇਧ ਸੈਣੀ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ ਇਹ ਵੀ ਕਹਿ ਕੇ ਕਰਾਂਦਾ ਰਿਹਾ। ਉਸੇ ਸੁਮੇਧ ਸੈਣੀ ਤੋਂ ਦਿੱਲੀ ਸਰਕਾਰ ਨੇ ਵੀ ਸਾਰਾ ਕੁਝ ਕਰਵਾਇਆ। ਹੁਣ ਜਦ ਹਾਕਮ ਸਾਰੇ ਸਿਆਸੀ ਹਾਕਮ ਨੇ ਨਾ, ਸਾਰੇ ਹੀ ਕਮਾਮ ਵਿੱਚ ਨੰਗੇ ਨੇ, ਤੇ ਸੁਮੇਧ ਸੈਣੀ ਤਾਂ ਕਹਿੰਦਾ ਕਿ ਬਈ ਮੈਨੂੰ ਸਾਰਿਆਂ ਦਾ ਪਤਾ, ਤੁਸੀਂ ਮੈਨੂੰ ਫਸਾਓਗੇ ਮੈਂ ਤੁਹਾਨੂੰ ਫਸਾਊਂਗਾ। ਮੁੱਦਾ ਸਮਝ ਸੁਮੇਧ ਸੈਣੀ ਇਸੇ ਲਈ ਦੇਖੋ ਚੰਡੀਗੜ੍ਹ ਆ ਕੇ ਬਿਆਨ ਦੇ ਕੇ ਫੁਰ ਹੋ ਜਾਂਦਾ। ਹੁਣ ਉਦੋਂ ਫਿਰ ਕੋਈ ਗੋਦੀ ਮੀਡੀਆ ਨਹੀਂ ਬੋਲਦਾ, ਜਿਹੜੇ ਰੌਲਾ ਪਾ ਰਹੇ ਸੀ ਦਿਨ ਰਾਤ ਸੁਮੇਧ ਸੈਣੀ ਕਰਕੇ TRP ਲੈ ਰਹੇ ਸੀ, ਸਾਰੇ ਚੁੱਪ। ਹੁਣ ਸਾਰੇ ਹਾਕਮ ਵੀ ਚੁੱਪ, ਸਿਆਸੀ ਬੰਦੇ ਵੀ ਚੁੱਪ, ਤੇ ਧਾਰਮਿਕ ਬੰਦੇ ਵੀ ਚੁੱਪ। ਹੁਣ ਕੀ ਗੇਮ ਰਹਿ ਗਈ? ਸੁਮੇਧ ਸੈਣੀ ਵਰਸੇਜ ਆਪਣਾ ਜਿਨ੍ਹਾਂ ਦਾ ਬੇਟਾ ਕਤਲ ਹੋਇਆ ਉਹ ਇਕੱਲਾ ਛੱਡ ਦਿੱਤਾ ਨਾ। ਸੇਮ ਐਸੇ ਚੀਜ਼ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਤਲ ਦੇ ਮਾਮਲੇ ਵਿੱਚ ਦੇਖੋ ਮੁੱਦੇ ਬੜੇ ਗੰਭੀਰ ਨੇ। ਮੈਂ ਤੁਹਾਡੇ ਨਾਲ ਬੜੀ ਸਪਸ਼ਟ ਗੱਲ ਕਰਾਂਗਾ। ਇਸ ਵਿੱਚ ਵੀ ਕਤਲ ਕਰਾਉਣ ਵਾਲੇ ਹਾਕਮ ਉਹ ਦਿੱਲੀ ਵਾਲੇ ਵੀ, ਮਤਲਬ ਪੋਲੀਟੀਕਲ ਪਾਰਟੀ, ਉਹ ਪੋਲੀਟੀਕਲ ਪਾਰਟੀ ਜਿਸ ਪੋਲੀਟੀਕਲ ਪਾਰਟੀ ਦੀ ਸੁਪਰੀਮੋ ਲੀਡਰਸ਼ਿਪ ਦੇ ਹੇਠਾਂ SGPC ਦੇ ਮੈਂਬਰ ਜਿੱਤੇ ਨੇ, ਉਹ ਅਕਾਲੀ ਦਲ ਬਾਦਲ। ਅਕਾਲੀ ਦਲ ਬਾਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਜੇਬ ਵਿੱਚੋਂ ਪ੍ਰਧਾਨ ਨਿਕਲਦੇ ਨੇ।
ਉਹਦੀ ਜੇਬ ਵਿੱਚੋਂ ਹੀ ਅੰਤਰਿੰਗ ਕਮੇਟੀ ਨਿਕਲਦੀ ਹੈ, ਉਹਦੀ ਜੇਬ ਵਿੱਚੋਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲਦੀ ਹੈ ਉਹਨਾਂ ਟਾਈਮ ਪੀਰੀਅਡ ਵਿੱਚ। ਅੱਜ ਵੀ ਉਸੇ ਤੋਂ ਨਿਕਲ ਰਹੀ ਹੈ। ਤਾਂ ਵਿੱਚ ਥੋੜੇ ਟਾਈਮ ਲਈ ਸਰਨਾ ਭਰਾ ਜਿਹੜੇ ਜਦੋਂ ਕਾਂਡ ਵਾਪਰਿਆ ਉਦੋਂ ਉਹਨਾਂ ਨਾਲ ਹੀ ਸੀ, ਉਸ ਤੋਂ ਬਾਅਦ ਵਿੱਚ ਉਹਨਾਂ ਦੀ ਅਣਮਨ ਹੋ ਗਈ, ਅੱਡ ਹੋ ਗਏ, ਪਰ ਉਹ ਇਹਨਾਂ ਮੁੱਦਿਆਂ ਤੇ ਨਹੀਂ ਬੋਲ ਰਹੇ। ਜੇ ਪੰਥਕ ਨੇ ਤਾਂ ਬੋਲਣ, ਅੱਜ ਉਹ ਹੀ ਸਰਨਾ ਭਰਾ ਐਡਵਾਈਜ਼ਰ ਹੈਗਾ ਕਾਂਗਰਸ ਸਰਕਾਰ ਦਾ। ਅਤਿੰਦਰਪਾਲ ਸਿੰਘ ਜੀ, ਮੈਂ ਉਹੀ ਗੱਲ ਤੇ ਜਿਵੇਂ ਆਪਾਂ ਪਹਿਲਾਂ ਚਰਚਾ ਕਰ ਰਹੀ ਕਿ ਇਹਦੇ ਕਈ ਪੱਖ ਨੇ। ਜੇ ਆਪਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖੀਏ ਤਾਂ ਮੱਕੜ ਸਾਹਿਬ ਦਾ ਵੇਲਾ, ਮੁੱਖ ਸਕੱਤਰ ਜਿਹੜੇ ਹਰਚਰਨ ਸਿੰਘ ਜਿਹੜੇ ਹੁਣ ਨਹੀਂ ਇਸ ਦੁਨੀਆ ਤੇ ਰਹੇ, ਉਹਨਾਂ ਦਾ ਸਮਾਂ, ਉਹਨਾਂ ਤੇ ਵੀ ਜਿਹੜਾ ਉਹਨਾਂ ਨੂੰ ਵਿੱਚ ਘੇਰਿਆ ਗਿਆ। ਇਹਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਜਾਂ ਮੁੱਖ ਸਕੱਤਰ ਰੂਪ ਸਿੰਘ ਦਾ ਨਾਮ ਵੀ ਕਹਿੰਦੇ ਵਿੱਚ ਆਇਆ। ਹੋਰ ਵੀ ਜਿਹੜੇ ਮੁਲਾਜ਼ਮ, ਚਲੋ ਉੱਪਰਲਿਆਂ ਦੀ ਗੱਲ ਜੇ ਕੀਤੀ ਜਾਵੇ, ਕਿਉਂਕਿ ਵੱਡੇ ਮੁੱਦੇ ਤਾਂ ਉਦੋਂ ਬਣਦੇ ਨੇ ਜਦੋਂ ਉੱਪਰਲੇ ਵਿੱਚ ਇਹਦੇ ਕਿਤੇ ਨਾ ਕਿਤੇ ਸ਼ੱਕੀ ਜਾਪਦੇ ਨੇ। ਜਦੋਂ ਗੱਲ ਸੁਖਦੇਵ ਸਿੰਘ ਭੌਰ ਹੋਣਾ ਦੀ ਆਉਂਦੀ ਹੈ ਕਿ ਉਹ ਕੀ ਕਰ ਰਹੇ ਨੇ ਇਹਦੇ ਵਿੱਚ, ਤੁਸੀਂ ਸਿਮਰਨਜੀਤ ਸਿੰਘ ਮਾਨ ਦਾ ਵੀ ਸਵਾਲ ਚੁੱਕਿਆ ਕਿ ਮਾਨ ਸਾਹਿਬ ਕੀ ਕਰਦੇ ਇਹਦੇ ਵਿੱਚ, ਕਿਉਂਕਿ ਉਦੋਂ ਇਹ ਵੀ ਓਪੋਜੀਸ਼ਨ ਲੀਡਰ ਸੀ ਤੇ ਇਹਨੂੰ ਮੁੱਖ ਸਹੂਲਤਾਂ ਮਿਲੀਆਂ ਹੋਈਆਂ ਸੀ, ਜਿਨ੍ਹਾਂ ਨੂੰ ਅਸੀਂ ਸਾਡੇ ਪੰਥਕ ਲੀਡਰ ਮੰਨਦੇ ਹਾਂ। ਜੇ ਅਸੀਂ ਦਿੱਲੀ ਦੇ ਸੰਦਰਭ ਵਿੱਚ ਜਾਈਏ ਕਿ ਦਿੱਲੀ ਦੇ ਵਿੱਚ ਕੀ ਹੈ, ਦਿੱਲੀ 'ਚ ਵੀ ਸ਼੍ਰੋਮਣੀ ਕਮੇਟੀ, ਮੈਂ ਚਾਹੁੰਦਾ ਕਿ ਦਿੱਲੀ ਵਾਲੀ ਕਮੇਟੀ ਬਾਰੇ ਦੱਸੋ ਪਹਿਲਾਂ, ਫਿਰ ਅਸੀਂ ਪੰਜਾਬ ਵਾਲੇ ਤੇ ਵੀ ਆਵਾਂਗੇ। ਜਿਹੜੇ ਦਿੱਲੀ ਸਰੂਪ ਚਲੇ ਗਏ ਉਹ ਕੌਣ ਸੀ, ਲੈਣ ਵਾਲੇ ਭੇਜਣ ਵਾਲੇ ਕੌਣ ਸੀ, ਤੇ ਇਹ ਸਭ ਨੂੰ ਕਿਉਂ ਛੁਪਾ ਕੇ ਰੱਖਿਆ ਗਿਆ, ਇਹਨੂੰ ਕਿਉਂ ਨਹੀਂ ਬਾਹਰ ਲਿਆਂਦਾ ਜਾ ਰਿਹਾ? ਇਕੱਲੀ ਸ਼੍ਰੋਮਣੀ ਕਮੇਟੀ ਪੰਜਾਬ ਵਾਲੀ ਤੇ ਕਿਉਂ ਸੀਮਤ ਹੈ? ਦੇਖੋ, ਗੱਲ ਜੇ ਬੜੀ ਸਪਸ਼ਟ, ਮੈਂ ਤੁਹਾਨੂੰ ਫਿਰ ਪਹਿਲੇ ਮੁੱਦੇ ਤੇ ਹੀ ਲੈ ਕੇ ਫਿਰ ਦਿੱਲੀ ਵਾਲੇ ਦਾ ਵੀ ਜਵਾਬ ਦੇ ਦਿੰਦਾ ਕਿ ਇਸ ਰਿਪੋਰਟ ਵਿੱਚ ਈਸ਼ਰ ਸਿੰਘ ਹੋਰਾਂ ਨੇ ਸਾਰੇ ਦੇ ਸਾਰੇ ਸਿਆਸੀ ਪੋਲੀਟੀਕਲ ਲੀਡਰਸ਼ਿਪ ਨੂੰ, ਸਿਆਸੀ ਮਤਲਬ ਪੋਲੀਟੀਕਲ ਲੀਡਰ, ਲੋਕਤੰਤਰਿਕ ਲੀਡਰਸ਼ਿਪ ਜਿਹੜੀ ਕਿ ਸੱਤਾਧਾਰੀ ਹੈ, ਹਾਕਮ ਹੈ, ਉਸ ਨੂੰ ਬਖਸ਼ਣ ਵਾਸਤੇ ਹੀ ਇਹ ਕਮਿਸ਼ਨ ਬਣਾਇਆ ਗਿਆ ਜੀ। ਈਸ਼ਰ ਸਿੰਘ ਦਾ ਪਹਿਲੀ ਗੱਲ ਹੈ ਜੀ ਮਿੱਟੀ ਪਾਉਣ ਬਈ ਉਹ ਸਾਰੇ ਇੱਕ ਪਾਸੇ ਹੋ ਜਾਣ ਜੀ। ਹੁਣ ਹੁੰਦਾ ਹੀ ਹੈ ਕਿ ਬਈ ਜਿਸ ਵੇਲੇ ਤੁਸੀਂ ਮੁੱਖ ਦੋਸ਼ੀ ਧਿਰ ਨੂੰ ਬਖਸ਼ਣਾ ਤੇ ਬਈ ਨਜ਼ਲਾ ਆਪਣਾ ਮੁਲਾਜ਼ਮਾਂ ਤੇ ਸੁੱਟ ਦੋ, ਠੀਕ ਆ ਨਾ ਜੀ। ਇਸ ਕਮੇਟੀ ਨੇ ਵੀ, ਇਸ ਕਮਿਸ਼ਨ ਨੇ ਇਹੀ ਕੰਮ ਕੀਤਾ। ਹੁਣ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਦਿੱਤਾ ਕਿ ਲਿਖਦਾ ਸਿਰ ਦੋ ਸਰੂਪ ਹੈ ਕਿ ਬਈ ਦੋ ਸਰੂਪ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਗਏ ਉਹਨਾਂ ਸਮੇਂ 2014 ਚ। ਹਾਂਜੀ, ਉਹਨਾਂ ਸਮੇਂ ਦੀ ਇਹ ਗੱਲ ਹੋ ਰਹੀ ਹੈ ਜੀ, ਠੀਕ ਹੈ ਨਾ ਜੀ, 14-16, ਠੀਕ ਹੈ ਜੀ। ਹੁਣ ਜਿਹੜੇ ਉਹ ਸਰੂਪ ਗਏ, ਬੜੀ ਸਪਸ਼ਟ ਜਿਹੜੀ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਸੀ, ਉਹ ਈਸ਼ਰ ਸਿੰਘ ਤੇ ਉਹਦੇ ਨਾਲ ਲੱਗੀਆਂ ਦੋ ਬੀਬੀਆਂ ਜਾਣਬੁੱਝ ਕੇ ਨਹੀਂ ਕਰਦੀਆਂ। ਇਨਕੁਆਇਰੀ ਇਹ ਹੋਣੀ ਚਾਹੀਦੀ ਸੀ ਕਿ ਇੱਕ ਸਰੂਪ ਹੈ, ਸਪੋਜ਼ ਕਰੋ ਇਹ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਮੈਂ ਤੁਹਾਨੂੰ ਉਹਨਾਂ ਐਗਜ਼ਾਮਪਲ ਦੇ ਕੇ ਸਮਝਾਉਂਦਾ। ਇਹ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ, ਅਗਲੇ ਪਾਸੇ ਕੋਈ ਵੀ ਸੀਰੀਅਲ ਨੰਬਰ ਨਹੀਂ ਹੁੰਦਾ ਜੀ। ਇਸ ਕਮਿਸ਼ਨ ਨੇ ਤੇ ਇੱਥੋਂ ਤੱਕ ਵੀ ਦੱਸਣ ਦੀ ਲੋੜ ਨਹੀਂ ਸਮਝੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਲੜੀ ਨੰਬਰ ਤੋਂ ਕਿਹੜੇ ਲੜੀ ਨੰਬਰ ਤੱਕ 14 ਤੋਂ ਲੈ ਕੇ 20 ਤੱਕ ਸਰੂਪ ਛਪੇ ਨੇ ਜੀ। ਉਹ ਲੜੀਆਂ ਨੰਬਰ ਕੀ ਸੀ ਤੇ ਉਹ ਲੜੀ ਨੰਬਰ ਕਿੱਥੇ ਲਿਖਿਆ ਹੁੰਦਾ ਤੇ ਉਸ ਦਾ ਪੈਟਰਨ ਕੀ ਆ। ਹੁਣ ਮੈਂ ਤੁਹਾਡੇ ਚੈਨਲ ਰਾਹੀਂ ਕੌਮ ਨੂੰ ਪਹਿਲੀ ਵਾਰੀ ਪੈਟਰਨ ਦੱਸਣਾ ਚਾਹੁੰਦਾ ਜੀ। ਕਮਿਸ਼ਨ ਨਹੀਂ ਦੱਸ ਰਿਹਾ, ਇਨਕੁਆਇਰੀ ਉਹੀ ਕਰ ਰਿਹਾ। ਕਿਉਂ ਨਹੀਂ ਦੱਸ ਰਿਹਾ? ਕਿਉਂਕਿ ਸਾਰੇ ਸਿਆਸੀ ਬੰਦੇ ਬਚਾਣੇ ਨੇ, ਮੁਲਾਜ਼ਮ ਵੀ ਬਚਾਣੇ ਨੇ। ਮੁਲਾਜ਼ਮ ਇਸ ਲਈ ਬਚਾਣੇ ਨੇ, ਜਿਵੇਂ ਮੈਂ ਤੁਹਾਨੂੰ ਸੈਣੀ ਦਾ ਪਹਿਲਾਂ ਐਗਜ਼ਾਮਪਲ ਦੇ ਦਿੱਤਾ, ਜੇ ਮੁਲਾਜ਼ਮ ਰਗੜੇ ਗਏ ਤਾਂ ਉਹਨਾਂ ਨੇ ਕਹਿਣਾ ਸਾਡੇ ਉੱਪਰ ਲੈਣੇ, ਸਾਨੂੰ ਕਿਹਾ ਸੀ, ਫਿਰ ਉਹਨਾਂ ਨੇ ਨਾਲ ਲੈਣੇ ਨੇ। ਤੇ ਚੋਰ ਕੁੱਤੀ ਨਾਲ ਰਲੀ ਹੋਈ ਹੈ, ਕੁੱਤੀ ਚੋਰ ਨਾਲ ਰਲੇ ਹੋਏ ਆ, ਤੇ ਕਮਿਸ਼ਨ ਦੋਨਾਂ ਦੇ ਨਾਲ ਰਲ ਗਿਆ, ਠੀਕ ਆ ਨਾ ਜੀ। ਐਕਚੁਅਲ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਸੀਰੀਅਲ ਨੰਬਰ ਨਹੀਂ ਹੁੰਦੇ ਜੀ। ਅਖੀਰਲੇ ਪੰਨੇ ਤੇ ਜਿੱਥੇ ਸਭ ਤੋਂ ਅਖੀਰਲਾ ਪੇਜ ਆ, ਉੱਥੇ ਸੀਰੀਅਲ ਨੰਬਰ ਮਸ਼ੀਨ ਨਾਲ ਐਂਡੋਰਸ ਹੁੰਦੇ ਨੇ ਜੀ, ਮਸ਼ੀਨ ਨਾਲ ਹੁੰਦੇ ਨੇ, ਹੱਥ ਨਾਲ ਨਹੀਂ ਲਿਖੇ ਜਾਂਦੇ, ਪਹਿਲੀ ਚੀਜ਼ ਜੀ, ਠੀਕ ਆ ਜੀ। ਹੁਣ ਹੋਇਆ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੇ ਆਪਣਾ ਆਖਰੀ ਲਾਈਨ 10-20 ਦਰਜ ਹੋ ਗਈ ਜੀ, ਠੀਕ ਆ ਨਾ ਜੀ, ਰਾਗਮਾਲਾ ਦਰਜ ਹੋ ਗਈ। ਉਸ ਤੋਂ ਬਾਅਦ ਇਹ ਪੇਜ ਖਾਲੀ ਛੱਡ ਦਿੱਤਾ ਜੀ, ਆਹ ਪੇਜ ਫਿਰ ਖਾਲੀ ਛੱਡ ਦਿੱਤਾ, ਜਦ ਕਿ ਵਿਧਾਨ ਨਹੀਂ ਹੈ ਖਾਲੀ ਛੱਡਣ ਦਾ, ਠੀਕ ਆ ਨਾ ਜੀ। ਇਹ ਤੀਸਰੇ ਪੇਜ ਤੇ ਜਾਂ ਇਸ ਦੇ ਵੀ ਚੌਥੇ ਪੇਜ ਤੇ ਨੰਬਰ ਐਂਡੋਰਸ ਕਰ ਦਿੱਤਾ। ਨੰਬਰ ਐਂਡੋਰਸ ਕਰਨ ਤੋਂ ਬਾਅਦ ਜਿਲਦ ਸਾਜੀ ਦੇ 4 ਪੇਜ ਹੋਰ ਛੱਡ ਦਿੱਤੇ ਖਾਲੀ ਜੀ। ਬੇਈਮਾਨੀ ਹੋ ਗਈ।
ठीक है ना जी। हुण सिस्टम की है जी, सिस्टम कमीशन विच जिल्द साजा ने भी समझाया, जी। कमीशन नूं समझाया सिस्टम, जी, ठीक है, जिन्ना जिल्द साजा ते दोष लाए गए ने। वो कहते हैं भी सानू यह कहा जाता सी भी तुसीं इत्थे नंबर एंडोर्स करो, जी, असीं करदे हां जी, असीं तां बिल्कुल। काम करना, उन्होंने तो मोहर लाउणी है। ठीक है ना जी। जी, हुण गुरु ग्रंथ साहिब जी का श्रोमणी गुरुद्वारा प्रबंधक कमेटी का पैटर्न और नियम की बनाए गए ने, जी, ठीक है ना जी। ਉਹਦੇ ਵਿੱਚ ਹੈਗਾ ਕਿ ਇੱਕ ਜਾਣਕਾਰ ਵਿਦਵਾਨ जी, ਜਿਹਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹਨੇ ਸੰਥਿਆ ਲਈ ਹੋਈ ਹੈ, ਪਾਠ ਲਗਾ ਮਾਤਰਾ ਸਾਰੀਆਂ ਉਹਨੂੰ ਆਉਂਦੀਆਂ ਨੇ, ਜੀ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਨ ਤੋਂ ਬਾਅਦ ਪਿੱਛੇ जी, ਆਪਣੇ ਪੈਨ ਨਾਲ ਸਿਗਨੇਚਰ ਕਰਕੇ ਤਸਦੀਕ ਕਰਦਾ ਕਿ ਬਈ ਇਹ ਗੁਰੂ ਗ੍ਰੰਥ ਸਾਹਿਬ ਜੀ 'ਚ ਲਗਾ ਮਾਤਰਾ ਦੀ ਤੇ ਸ਼ਬਦਾਂ ਦੀ ਕੋਈ ਗਲਤੀ ਨਹੀਂ नहीं ਹੈ। है। ਉਹ ਆਪਣਾ ਜਾਂ ਤਾਂ ਸਤਿਗੁਰ ਲਿਖਦਾ ਸਾਈਨ जी, ਜਾਂ ਗੁਰਮੁਖ ਲਿਖਦਾ, जी, ਠੀਕ ਹੈ, ਉਹ ਸਾਈਨ ਮਾਰ ਦਿੰਦਾ। जी, ਹੁਣ ਉਸ ਤੋਂ ਵੀ ਡੇਟ ਨਹੀਂ ਪਵਾਈ ਜਾਂਦੀ ਜਾਣ-ਬੁੱਝ ਕੇ, ਡੇਟ कदों इन्हों ਕਦੋਂ ਹੋਇਆ, कीता? ਡੇਟ ਨਹੀਂ ਪਵਾਈ ਜਾਂਦੀ SGPC 'ਚ। जी, ਇਹ ਮੈਂ ਦੱਸ ਰਿਹਾ, ਕਮਿਸ਼ਨ ਨਹੀਂ ਦੱਸ ਰਹੀ ਜੀ। ਹੈ। ਕਮਿਸ਼ਨ ਜਿਨ੍ਹਾਂ ਚੀਜ਼ਾਂ ਤੇ ਚੁੱਪ ਰਿਹਾ, ਮੈਂ ਉਹ ਗੱਲਾਂ ਤੁਹਾਡੇ ਨਾਲ ਕਰ ਰਿਹਾ। जी, जी, ਪਹਿਲੀ ਤਸਦੀਕ ਹੋ ਗਈ। ਇਸ ਤਸਦੀਕ ਕਰਨ ਨੂੰ ਉਸ ਮੁਲਾਜ਼ਮ ਨੂੰ ਉਸ ਦਾ ਪੂਰੀ ਭੱਤਾ ਦਿੱਤਾ ਜਾਂਦਾ। जी, ਉਹਨੇ ਪਾਠ ਕੀਤਾ, ਚੈੱਕ ਕੀਤਾ, ਲਿਖਿਆ, ਉਸ ਦੀ ਫੀਸ ਹੈ ਦਰਜ। जी, ਉਹਨੇ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਸਦੀਕ ਕੀਤੀ, ਉਸ ਦਾ ਵਾਊਚਰ ਬਣਾਏਗਾ, ਅਕਾਊਂਟੈਂਟ ਕੋਲ ਜਾਏਗਾ, ਆਪਣਾ ਪੱਤਾ ਲਏਗਾ, पता लगेगा। ਉਹਦੇ ਸਾਈਨ ਹੋਣਗੇ, ਉਹਦਾ ਕੰਮ ਮੁਕੰਮਲ। ਉਹਦਾ ਕੰਮ ਮੁਕੰਮਲ ਹੋ ਗਿਆ, ਠੀਕ ਹੈ ਨਾ ਜੀ। ਫਿਰ ਉਹੀ ਗੁਰੂ ਗ੍ਰੰਥ ਸਾਹਿਬ ਜੀ ਉਸ ਤੋਂ ਵੱਡੇ ਨੂੰ ਦਿੱਤੇ ਜਾਣਗੇ, जी, ਜਿਹੜਾ ਗ੍ਰੰਥੀ ਲੈਵਲ ਦਾ ਬੰਦਾ ਹੁੰਦਾ SGPC 'ਚ, ਠੀਕ ਹੈ ਨਾ ਜੀ। ਉਹਨੂੰ ਕਿਹਾ ਜਾਏਗਾ ਵੀ ਤੂੰ ਮੁੜ ਤਸਦੀਕ ਕਰਕੇ ਇਹਦੇ 'ਚ ਕੋਈ ਗਲਤੀ ਤਾਂ ਨਹੀਂ ਰਹਿ ਗਈ। जी, ਉਹ ਮੁੜ ਤਸਦੀਕ ਕਰਕੇ ਕਹੇਗਾ ਕਿ ਨਹੀਂ ਸਾਰਾ ਕੁਝ ਠੀਕ ਹੈ, ਮੈਂ ਤਸਦੀਕ ਕਰਦਾ। ਉਹ ਸਤਿਗੁਰ ਲਿਖਦਾ ਜਾਂ ਗੁਰਮੁਖ ਜੋ ਵੀ, ਉਸ ਨੂੰ ਹੀ ਕਿਹਾ ਜਾਂਦਾ ਤੂੰ ਡੇਟ ਨਹੀਂ ਪਾਣੀ। जी, ਮੁੱਦਾ ਹੈ ਜੇ ਹੁਣ ਇੱਕ ਸੀਰੀਅਲ ਨੰਬਰ ਪੈ ਗਿਆ, जी, ਸੀਰੀਅਲ ਨੰਬਰ ਵਿੱਚ ਉਹ ਪਾਉਂਦਾ ਜਲਦਸਾਜ਼, जी, ਬਈ ਹਾਂ ਮੈਂ ਮੁਕੰਮਲ ਕਰ ਦਿੱਤਾ, ਉਹਦੀ ਗਿਣਤੀ ਕਰਦਾ, ਸਫ਼ਿਆਂ ਦੀ ਗਿਣਤੀ ਕਰਦਾ, ਦਸਤਿਆਂ ਦੀ ਗਿਣਤੀ ਕਰਦਾ, ਦੇਖਦਾ ਕੋਈ ਵਾਧੂ ਤਾਂ ਨਹੀਂ ਲੱਗਾ। ਉਸ ਤੋਂ ਬਾਅਦ ਉਹਨੇ ਪਾਇਆ ਇੱਕ ਤਸਦੀਕ। ਉਹ ਦੂਸਰੀ ਤਸਦੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾ ਰਹੀ ਹੈ, ਤੀਸਰੀ ਵੀ ਉਹ ਕਰਾ ਰਹੀ ਹੈ। ਗ੍ਰੰਥੀ ਕੋਲ। ਇਹਨਾਂ ਦੋਨਾਂ ਮੁਲਾਜ਼ਮਾਂ ਨੂੰ ਪੇਮੈਂਟ ਕੀਤੀ ਜਾ ਰਹੀ ਹੈ। ਜੀ। ਪੇਮੈਂਟ ਉਹ ਗੁਰਦੁਆਰੇ ਦੇ ਖਜ਼ਾਨੇ ਤੋਂ, ਗੁਰੂ ਕੀ ਗੋਲਕ ਤੋਂ ਲੈ ਰਹੇ ਨੇ। ਉਸ ਦਾ ਅਕਾਊਂਟ ਤਿਆਰ ਹੋ ਰਿਹਾ, ਹਰ ਚੀਜ਼ ਤਿਆਰ ਹੋ ਰਹੀ ਹੈ। जी, ਤੇ ਫਿਰ ਜਿਸ ਵੇਲੇ ਜਿੰਨੇ ਵੀ ਸਰੂਪ 2014 ਤੋਂ ਲੈ ਕੇ 2020 ਤੱਕ ਛਪੇ ਨੇ, जी, ਇਹਨਾਂ ਵਿੱਚ ਪ੍ਰੋਸੀਜਰ ਆਈ ਹੈ। जी, ਤੇ ਕਮਿਸ਼ਨ ਕਹਿੰਦਾ ਜੀ ਪਤਾ ਨਹੀਂ ਚੱਲੇ ਕਿੱਥੇ ਗਏ, ਤੇ ਫਿਰ ਇਹਨੇ ਇਨਕੁਆਇਰੀ ਕਾਹਦੀ ਕੀਤੀ? ਡੇਟ ਕਿਉਂ ਨਹੀਂ ਪਾਉਣ ਦਿੰਦੇ ਉਹਤੇ? ਕਿਉਂਕਿ ਹੇਰਾਫੇਰੀ ਕਰਨੀ ਹੈ। ਹੁਣ ਮੁੱਦਾ ਹੈ ਜੀ ਜਿਹੜੀ ਸਵਾਲ ਤੁਸੀਂ ਕੀਤਾ, ਜੀ, ਤੁਹਾਡੇ ਇਹ ਸਵਾਲ ਨਾਲ ਪਹਿਲਾ ਸਵਾਲ ਰਿਲੇਟਡ ਹੋ ਗਿਆ जी, ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਸਰੂਪ ਗਏ। जी, ਹੁਣ ਮੁੱਦਾ ਬੜਾ ਸਪਸ਼ਟ ਹੈ, ਡੇਟ ਕਿਉਂ ਨਹੀਂ ਪਾਈ ਜਾਂਦੀ, ਐਸੇ ਤੋਂ ਸਾਫ਼ ਹੋ ਜਾਏਗਾ। जी, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਿਹੜੇ ਸਰੂਪ ਗਏ, जी, ਉਹਨਾਂ ਦੇ ਉੱਤੇ ਸਟicker ਲੱਗਾ ਹੋਇਆ ਸੀਰੀਅਲ ਨੰਬਰ ਦਾ। ਸਟicker ਤਾਂ ਤੁਸੀਂ ਸਮਝਦੇ ਹੋ, जी, ਠੀਕ ਹੈ ਨਾ ਜੀ। ਮੈਂ ਤੁਹਾਨੂੰ ਦੱਸਿਆ ਕਿ ਮਸ਼ੀਨ ਨਾਲ ਨੰਬਰ ਐਂਡੋਰਸ ਹੁੰਦਾ, ਹੁੰਦਾ। ਇਹ ਸਟicker ਵਾਲੇ ਸਰੂਪ ਕਿੱਥੋਂ ਆ ਗਏ? ਉਹ ਸਰੂਪ ਕਿਸਨੇ ਤਿਆਰ ਕਰਵਾਏ? ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਹਾਕਮਾਂ ਨੇ ਕਦੇ ਆਪ ਹੀ ਤਾਂ ਨਹੀਂ ਤਿਆਰ ਕਰਾ ਲਏ? ਇਸ ਤੇ ਚੁੱਪ ਹੈਗਾ ਕਮਿਸ਼ਨ, ਬਿਲਕੁਲ ਟੋਟਲ ਨਹੀਂ ਬੋਲਦਾ। ਕੀ ਉਹਨਾਂ ਸਰੂਪਾਂ ਦੀ ਉਹ ਹੋਈ ਸੀ, ਰਿਵਾਈਜ਼ ਹੋਏ ਸੀਗੇ ਗ੍ਰੰਥੀ ਤੋਂ, ਜਾਂ ਜਿਹੜਾ ਸ਼੍ਰੋਮਣੀ ਕਮੇਟੀ ਦੋ ਵਾਰ? ਇਹ ਤਾਂ ਹੁਣ ਕਮਿਸ਼ਨ ਦੱਸੇਗਾ ਨਾ ਜੀ। ਇਹ ਵੀ ਸਵਾਲ ਉੱਠਦਾ ਨਾ ਜੀ, ਵੀ ਕੀ ਲੱਗਦਾ ਕਿ ਉਹਦੇ ਵਿੱਚ ਰਲਗੱਡ ਹੋ ਗਈ ਹੋਵੇ? ਮੈਂ ਤੁਹਾਨੂੰ ਉਹੀ ਚੀਜ਼ ਦੱਸ ਰਿਹਾ। ਹੁਣ ਉਹਨਾਂ ਸਰੂਪਾਂ ਤੇ ਸਟicker ਲੱਗੇ ਹੋਏ ਨੇ। ਜਿਹੜਾ ਸਟicker ਅੰਦਰ ਦੇਖੋ, ਅੰਦਰ ਮਸ਼ੀਨ ਲਾਉਂਦੀ ਹੈ, ਫਿਰ ਉਹਦਾ ਸਟicker ਇੱਕ ਬਾਹਰ ਵੀ ਲੱਗਾ। ਬਾਹਰ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰ ਸਟicker ਨਹੀਂ ਲੱਗ ਸਕਦਾ ਮਰਿਆਦਾ ਦੇ ਤੌਰ ਤੇ, ਨਾ ਇੰਡੋਰਸ ਹੋ ਸਕਦਾ ਜੀ, ਠੀਕ ਆ ਨਾ ਜੀ। ਉਹਨਾਂ ਦੇ ਬਾਹਰ ਵੀ ਸਟicker ਲੱਗੇ ਆ, ਅੰਦਰ ਵੀ ਸਟicker ਲੱਗੇ ਆ। ਹੁਣ ਅੰਦਰਲਾ ਸਟicker ਮੈਂ ਦੋ ਸਰੂਪ ਐਸੇ ਕਮਿਸ਼ਨ ਦੀ ਰਿਪੋਰਟ ਵਿੱਚੋਂ ਦੇਖ ਲਏ ਕਿ ਅੰਦਰਲੇ ਸਟicker ਤੇ ਜਿਹੜਾ ਨੰਬਰ ਹੈਗਾ, ਔਰ ਬਾਹਰਲੇ ਉਸੇ ਸਰੂਪ ਦਾ ਜਿਹੜਾ ਸਟicker ਬਾਹਰ ਲੱਗਾ ਹੋਇਆ,
ਉਹ ਜਿਹੜਾ ਨੰਬਰ ਹੈ ਉਹਨਾਂ ਵਿੱਚ 3300 ਦੇ ਵਿੱਚ ਫਰਕ ਹੈ। 3300 ਅਮਾਊਂਟ ਬਹੁਤ ਜ਼ਿਆਦਾ ਹੈ। 3300 ਸਰੂਪਾਂ ਦਾ, ਹਾਂ। ਅੰਦਰ ਜੇ 1900 ਕੁਛ ਲਿਖਿਆ, ਉਸੇ ਸਰੂਪ ਦੇ ਬਾਹਰ ਸਟicker ਤੇ 4400 ਕੁਛ ਲਿਖਿਆ। ਹੁਣ ਉਹ ਸਰੂਪ 4400 ਨੰਬਰ ਵਾਲਾ ਮੰਨਿਆ ਜਾਏਗਾ ਕਿ 1900 ਕੁਛ ਨੰਬਰ ਵਾਲਾ ਮੰਨਿਆ ਜਾਏਗਾ? ਸਵਾਲ ਉੱਠ ਗਿਆ ਨਾ ਜੀ। ਬਿਲਕੁਲ। ਦੂਸਰੀ ਚੀਜ਼, ਈਸ਼ਰ ਸਿੰਘ ਕਮਿਸ਼ਨ ਹੈ ਇਸ ਚੀਜ਼ ਤੇ, ਔਰ ਦੋਨੋਂ ਮੁਹਤਰਮਾ, ਇੱਕ ਹੋਰ ਪੰਜਾਬ ਹਰਿਆਣਾ ਹਾਈ ਕੋਰਟ ਦੀ ਹੈ, ਇੱਕ ਸੀਏ ਨਾਲ ਉਹਦੇ, ਇਸ ਚੀਜ਼ ਤੇ ਸਾਇਲੈਂਟ ਹੋ ਗਏ, ਮੂੰਹ ਸੀ ਗਏ, ਆਪਣਾ ਜਿਪ ਲਗਾ ਗਏ ਕਿ ਉਹਨਾਂ ਦੀ ਤਸਦੀਕ, ਇਹ ਦੋ ਦਸਤੀ ਤਸਦੀਕ ਹੋਈ ਕਿ ਨਹੀਂ ਹੋਈ ਜੀ। ਹੁਣ ਜੇ ਹੋਈ ਹੈ ਤੇ ਜਿਨ੍ਹਾਂ ਨੇ ਤਸਦੀਕ ਕੀਤੀ ਹੈ ਉਹਨਾਂ ਦਾ ਕਿਉਂ ਨਹੀਂ ਪਤਾ ਚੱਲਦਾ? ਤੇ ਉਹਨਾਂ ਨੂੰ ਤਲਬ ਕਿਉਂ ਨਹੀਂ ਕੀਤਾ ਗਿਆ? ਉਹਨਾਂ ਨੂੰ ਵੀ ਤਾਂ ਤਲਬ ਕਰਨਾ ਚਾਹੀਦਾ। ਨਹੀਂ ਕੀਤਾ ਗਿਆ। ਪੰਜਾਬ ਦੇ ਸ਼੍ਰੋਮਣੀ ਕਮੇਟੀ ਵਾਲੇ ਪ੍ਰਧਾਨ ਸਾਹਿਬ ਹੋ ਰਹੇ ਨੇ ਜਾਂ ਹੋ ਰਹੇ ਨੇ, ਮੈਂ ਉਹੀ ਕਹਿ ਰਿਹਾ, ਬਿਲਕੁਲ ਨਹੀਂ ਕੀਤਾ ਗਿਆ। ਤੇ ਇਸ ਕਰਕੇ ਮੈਂ ਕਹਿੰਦਾ ਕਿ ਸਿਆਸੀ ਬੰਦਿਆਂ ਨੂੰ ਲੈਣ ਵਾਲੇ ਉੱਥੇ ਸਰਨਾ ਭਰਾ ਉਸ ਵੇਲੇ ਉਹਨਾਂ ਦੀ ਕਮੇਟੀ, ਉਦੋਂ ਜਿਹੜੇ ਵੀ ਸੀ ਆਪਾਂ, ਕਿਉਂਕਿ ਮੈਂ ਇੰਨੀ ਉਸ ਤੇ ਨਹੀਂ, 14 ਔਰ 16 ਹੀ ਜਿਹੜੇ ਦਿੱਲੀ 'ਚ ਤਾਂ ਦਰਅਸਲ ਇਹ ਚੱਲਦਾ ਰਿਹਾ ਜੀ, ਰਾਤੋਂ ਰਾਤ ਬਦਲ ਜਾਂਦੇ ਨੇ, ਸਮਝ ਨਹੀਂ ਆਉਂਦੀ ਤੇ ਇਹ ਵੀ ਲਿਖਣਾ ਇਹਨਾਂ। ਦੇਖੋ ਮੈਂ ਕਿਉਂ ਡਿਕਲੇਅਰ ਕਰਾਂ ਜੀ, ਜਾਂ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਭਾਜਪਾ ਦਾ ਲੀਡਰ, ਦੇਖੋ ਭਾਜਪਾ ਦਾ ਪ੍ਰਧਾਨ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਠੀਕ ਹੈ ਨਾ, ਸਰਸਾ ਭਾਜਪਾ ਦਾ ਮੈਂਬਰ। ਬਾਦਲ ਕੇ ਕਹਿੰਦੇ ਨੇ ਜੀ ਅਸੀਂ ਤਾਂ ਯਾਰੀ ਤੋੜ ਲਈ, ਤੇ ਫਿਰ ਸਰਸਾ ਉੱਥੇ ਕਿਉਂ ਬੈਠਾ ਬਈ? ਸਵਾਲ ਤਾਂ ਵੀ ਹੈ ਨਾ। ਤੇ ਉਹਨਾਂ ਸਰਸੇ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹ ਸਰੂਪ ਕਿੰਨੇ ਲਏ ਸੀ, ਕਿਉਂ ਨਹੀਂ ਬੋਲਦਾ? ਭਾਵੇਂ ਉਹ ਮਨਜੀਤ ਸਿੰਘ ਜੀਕੇ ਹੋਣ, ਚਾਹੇ ਮਨਜੀਤ ਸਿੰਘ ਜੀਕੇ ਹੋਏ, ਚਾਹੇ ਸਰਨਾ ਭਰਾ ਹੋਣ, ਚਾਹੇ ਏ ਸੀ, ਬੀ ਸੀ, ਕੋਈ ਹੋਰ ਸੀ, ਜਾਂ ਇਹਨਾਂ ਨੂੰ ਜਾਂ ਕਹਿਣ ਸਾਰੇ ਉੱਥੋਂ ਦੇ ਸਿਆਸੀ ਲੀਡਰ ਕਹਿਣ ਜੀ ਸਾਨੂੰ ਪਤਾ ਹੀ ਨਹੀਂ ਹੈ। ਜਥੇਦਾਰ ਸਾਹਿਬ ਨੂੰ ਤਾਂ ਫਿਰ ਉਹਨਾਂ ਨੂੰ ਵੀ ਤਲਬ ਕਰਨਾ ਚਾਹੀਦਾ ਕਿ ਉਹਨਾਂ ਨੂੰ ਵੀ ਤਲਬ ਕਰਕੇ ਇੱਥੇ ਪੁੱਛਣ। ਨਹੀਂ, ਆ ਤਾਂ ਉਹ ਸਾਰੇ ਪ੍ਰਧਾਨ ਜਿਉਂਦੇ ਨੇ ਇਸ ਵੇਲੇ, ਉਹ ਸਾਰੇ ਕਹਿਣ ਜੀ ਅਸੀਂ ਤਾਂ ਸਰੂਪ ਲਏ ਹੀ ਨਹੀਂ, ਸਾਨੂੰ ਪਤਾ ਹੀ ਨਹੀਂ, ਮੁਲਾਜ਼ਮ ਕਿਹੜਾ ਲਿਆਇਆ ਉਹਨੂੰ ਤਸਦੀਕ ਕਰੋ, ਠੀਕ ਆ ਨਾ ਜੀ। ਤੇ ਉਹਨਾਂ ਦਿਨਾਂ ਵਿੱਚ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤੂਤੀ ਮਨਜੀਤ ਸਿੰਘ ਕਲਕੱਤੇ ਦੀ ਵੀ ਬੋਲਦੀ ਸੀ। ਬਿਲਕੁਲ, ਮੁੱਦਾ ਇੱਕ ਹੀ ਨਹੀਂ ਹੈ, ਮੁੱਦਿਆਂ ਦੇ ਨਾਲ ਕਈ ਜੁੜੇ ਹੋਏ ਨੇ। ਬਿਲਕੁਲ, ਠੀਕ ਆ ਨਾ ਜੀ। ਜਾਂ ਤਾਂ ਕਹਿਣ ਜੀ ਸਾਨੂੰ ਪਤਾ ਹੀ ਨਹੀਂ, ਤੇ ਫਿਰ ਆਦੀ ਤਸਦੀਕ ਹੋਣੀ ਚਾਹੀਦੀ ਹੈ, ਜਾਂ ਡਿਕਲੇਅਰ ਕਰਨ ਜੀ ਉਹਨਾਂ ਦਿਨਾਂ ਵਿੱਚ ਇਹ ਬੰਦੇ ਸੀ ਤੇ ਇਹ ਸਰੂਪ ਲੈ ਕੇ ਆਈ ਸੀ। ਕਮਿਸ਼ਨ ਵੀ ਚੁੱਪ ਹੈ, ਦਿੱਲੀ ਵਾਲੇ ਵੀ ਚੁੱਪ ਨੇ, ਬਾਦਲ ਪਰਿਵਾਰ ਵੀ ਟੋਟਲ ਚੁੱਪ ਹੈ। ਦੇਖੋ ਪੰਥ ਦਾ ਇੰਨਾ ਵੱਡਾ ਮਸਲਾ ਆ ਗਿਆ, ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਆਪਣੇ ਆਪ ਨੂੰ ਵਾਹਦ ਧਾਰਮਿਕ ਤੇ ਸਿਆਸੀ ਜਮਾਤ ਦੱਸਦੀ ਹੈ, ਤੇ ਸੁਖਬੀਰ ਸਿੰਘ ਬਾਦਲ ਦਾ ਇੱਕ ਵੀ ਬਿਆਨ ਨਹੀਂ ਆਉਂਦਾ ਇਸ ਮੁੱਦੇ ਤੇ। ਬਿਲਕੁਲ, ਕਿਉਂ ਨਹੀਂ ਆਉਂਦਾ? ਚੁੱਪ ਵੀ ਸਵਾਲ ਚੁੱਕਦੀ ਹੈ, ਕਈ ਤਰ੍ਹਾਂ ਦੇ ਸਵਾਲ। ਕਾਰਨ ਕੀ ਹੈ? ਚੁੱਪ ਤਾਂ ਜ਼ਿਆਦਾ ਵੱਡਾ ਸਵਾਲ ਚੁੱਕਦੀ ਹੈ। ਫਿਰ ਦੂਸਰੀ ਚੀਜ਼, ਸੁਖਬੀਰ ਸਿੰਘ ਬਾਦਲ ਦਾ OSD ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹੈ। ਜਦੋਂ ਇਸ ਸਰੂਪਾਂ ਦੇ ਸੰਬੰਧ ਵਿੱਚ ਇਹ ਸਾਰੀਆਂ ਕਾਂਡ ਵਾਪਰਦੇ ਨੇ, ਉਦੋਂ ਵੀ ਉਹ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹੈ ਤੇ ਸੁਖਬੀਰ ਬਾਦਲ ਦਾ OSD ਹੈ। ਉਹ ਵੀ ਆਰਡਰ ਦਿੰਦਾ ਇਹਨਾਂ ਸਾਰਿਆਂ ਨੂੰ, ਕਿਉਂਕਿ ਮੁਲਾਜ਼ਮਾਂ ਨੂੰ ਕਿਉਂ ਬਖਸ਼ਿਆ ਜਾ ਰਿਹਾ, ਐਸੇ ਲਈ ਕਿ ਮੁਲਾਜ਼ਮ ਉਹਦਾ ਨਾਂ ਲੈਣਗੇ। ਇਸ ਸਭ ਦੇ ਵਿਚਾਲੇ ਸੁਖਦੇਵ ਸਿੰਘ ਭੌਰ ਦੇ ਰੋਲ ਨੂੰ ਕਿੱਦਾਂ ਦੇਖਦੇ ਹੋ? ਰਿਪੋਰਟ ਦੇ ਵਿੱਚ ਉਹਨਾਂ ਦਾ ਨਾਮ ਵੀ ਹੈ ਕਿ ਉਹਨਾਂ ਨੇ ਆਪਣੇ ਬਿਆਨ ਵੀ ਦਰਜ ਕਰਵਾਏ ਨੇ, ਉਹਨਾਂ ਦਾ ਵੀ ਦੇਖੋ ਸੁਖਦੇਵ ਸਿੰਘ ਭੌਰ ਨੇ ਆਪਣਾ ਬਿਆਨ ਖੁਦ ਦਰਜ ਕਰਵਾਇਆ। ਉਹ ਆਪਣੇ ਬਿਆਨ ਵਿੱਚ ਹਰ ਚੀਜ਼ ਤੋਂ ਮੁੱਕਰੀ ਜਾ ਰਿਹਾ, ਸਪਸ਼ਟ ਹੀ ਨਹੀਂ। ਜਦ ਕਿ ਸੁਖਦੇਵ ਸਿੰਘ ਭੌਰ ਉਸ ਵੇਲੇ ਆਪਣਾ ਅੰਤਰਿੰਗ ਕਮੇਟੀ ਦਾ ਵੀ ਮੈਂਬਰ ਹੈ, ਉਸ ਵੇਲੇ ਜਨਰਲ ਸਕੱਤਰ ਹੈ ਜੀ, ਠੀਕ ਹੈ ਨਾ ਜੀ। ਜਨਰਲ ਸਕੱਤਰ ਦੀ ਪੋਸਟ ਮੁਲਾਜ਼ਮਾਂ ਤੋਂ ਉੱਪਰ ਹੈ, ਕਿਉਂਕਿ ਉਹ ਪੋਲੀਟੀਕਲ ਜਨਰਲ ਸਕੱਤਰ ਹੈ। ਬਿਲਕੁਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਟਡ ਬਾਡੀ ਵੱਲੋਂ ਚੁਣਿਆ ਗਿਆ ਜਨਰਲ ਸਕੱਤਰ ਹੈ, ਉਹਦੇ ਸਾਰੇ ਅਧੀਨ ਨੇ ਜੀ। ਪਰ ਉਹ ਵੀ ਕਹਿੰਦਾ ਜੀ ਮੈਨੂੰ ਕੁਛ ਨਹੀਂ ਸੀ ਪਤਾ, ਤੇ ਫਿਰ ਤੂੰ ਕੀ ਕਰਦਾ ਰਿਹਾ ਬਈ? ਜਿਹੜੇ ਉਹ ਸਰੂਪਾਂ ਦੀ ਗੱਲ ਕਰਦੇ ਨੇ ਕਿ ਮੈਂ ਪਤਾ ਨਹੀਂ ਕਿਹੜੇ ਗੁਰਦੁਆਰਾ ਸਾਹਿਬ ਨੂੰ ਦਵਾਏ, ਕਿਹੜੇ ਸਥਾਨ ਨੂੰ ਦਵਾਏ, ਉਹਦੀ ਵੀ ਗੱਲ ਹੋਈ ਇਹਦੇ ਵਿੱਚ? ਬਿਲਕੁਲ ਨਹੀਂ ਹੋਈ ਜੀ। ਮੁੱਕਰ, ਮੈਂ ਤੁਹਾਨੂੰ ਹੀ ਕਿਹਾ ਆਪਣੇ ਬਿਆਨ ਵਿੱਚ ਹਰ ਚੀਜ਼ ਤੋਂ ਮੁੱਕਰ ਗਿਆ। ਕਹਿੰਦਾ ਫਲਾਣੇ ਨੂੰ ਪਤਾ ਹੋਏਗਾ, ਫਲਾਣੇ ਨੂੰ ਪਤਾ ਹੋਏਗਾ, ਇਹ ਮੁਲਾਜ਼ਮਾਂ ਨੂੰ ਪਤਾ ਹੋਏਗਾ, ਸਾਡੀ ਇਹ ਡਿਊਟੀ ਨਹੀਂ ਹੁੰਦੀ। ਕਿ ਤੁਹਾਡੀ ਡਿਊਟੀ ਸਿਰਫ ਇਹੀ ਹੈਗੀ ਹੈ ਕਿ ਗੁਰੂ ਕੀ ਗੋਲਕ ਨੂੰ ਕਿਵੇਂ ਲੁੱਟਣਾ, ਕਿਵੇਂ ਕੁੱਟਣਾ ਤੇ ਕਿਵੇਂ ਘਰੇ ਲੈ ਜਾਣੀ ਹੈ?
ਕੰਟਰੋਲ ਕਰਨਾ ਤੁਹਾਡੀ ਡਿਊਟੀ ਮੱਕੜ ਨਹੀਂ। ਸਾਹਿਬ ਦਾ ਉਸ ਵੇਲੇ ਵੇਲਾ ਸੀ, ਕੋਈ ਨਾ ਹੀ ਇਸ ਵੇਲੇ ਉਹਨਾਂ ਦਾ ਤਾਂ ਨਾ ਹੀ ਨਹੀਂ ਹੈਗਾ ਜੀ। ਸਕੱਤਰ ਹਰਚਰਨ ਸਿੰਘ ਨੇ ਇਸ ਦੁਨੀਆ ਤੇ, ਉਹਨਾਂ ਤੇ ਵੀ ਸਵਾਲ। ਦੇਖੋ ਮੁੱਖ ਸਕੱਤਰ ਹਰਚਰਨ ਸਿੰਘ RSS, ਮੈਂ ਉਹਨੂੰ ਨਾਲ RSS ਜ਼ਰੂਰ ਲਾਇਆ ਕਰੋ, ਠੀਕ ਆ ਜੀ। ਉਹ ਬਿਆਨ ਦੇ ਰਿਹਾ, ਆਪਣਾ ਬਿਆਨ ਦੇ ਰਿਹਾ, ਪਰ ਉਹ ਵੀ ਇਹ ਕਹਿ ਰਿਹਾ ਬੜੀਆਂ ਵੱਡੀਆਂ ਚਲਾਕੀਆਂ ਨੇ। ਉਹ ਬਿਆਨ ਦੇ ਗਏ ਇਸ ਮਸਲੇ 'ਚ? ਬਿਆਨ ਦਿੱਤਾ, ਉਹਦਾ ਬਿਆਨ ਦਰਜ ਹੈ ਸਿਰਫ ਇੱਕ ਪੇਜ ਦਾ ਜੀ। ਇੰਨਾ ਵੱਡਾ ਕਾਂਡ ਹੈ, ਇਹ ਮੁੱਖ ਸਕੱਤਰ ਹੈ ਜਿਸ ਤੋਂ ਪੁੱਛੇ ਬਗੈਰ ਉੱਥੇ ਕੁਝ ਵੀ ਨਹੀਂ ਹੁੰਦਾ। ਉਹਦਾ ਬਿਆਨ ਸਿਰਫ ਇੱਕ ਪੇਜ ਦਾ, ਉਹ ਕਹਿੰਦਾ ਮੈਨੂੰ ਇਹਨਾਂ ਮਾਮਲੇ ਵਿੱਚ ਕੁਝ ਨਹੀਂ ਜਾਣਕਾਰੀ ਹੈਗੀ। ਮਤਲਬ ਪੱਲਾ ਚੜਾ ਗਿਆ। ਹਾਂਜੀ, ਇਹ ਸਾਰਿਆਂ ਨੇ ਇੰਝ ਹੀ ਕੀਤਾ। ਹੁਣ ਜਾਣਕਾਰੀ ਕਿਉਂ ਨਹੀਂ ਹੈਗੀ ਉਹਦੀ ਵਜ੍ਹਾ ਦੱਸ ਦਿੰਦੇ ਆ ਕਿ ਜਾਣਕਾਰੀ ਕਿਉਂ ਨਹੀਂ ਹੈ। ਕਿਉਂਕਿ ਜਿਹੜੀ ਕੌਮ ਨੂੰ ਔਰ ਜਿਸ ਗੱਲ ਤੇ ਈਸ਼ਰ ਸਿੰਘ ਨੂੰ ਖਾਸ ਇਸ ਕਮਿਸ਼ਨ ਨੂੰ ਖਾਸ ਤੌਰ ਤੇ ਮੈਂਸ਼ਨ ਕਰਕੇ ਕੌਮ ਨੂੰ ਦੱਸਣਾ ਚਾਹੀਦਾ ਸੀ ਜੀ, ਖਾਸ ਤੌਰ ਤੇ ਮੈਂ ਕਹਿ ਰਿਹਾ, ਕਿਉਂਕਿ ਦੋਸ਼ੀ ਲੱਭਣੇ ਕਮਿਸ਼ਨ ਦਾ ਕੰਮ ਹੈ। ਕਮਿਸ਼ਨ ਦੋਸ਼ੀ ਨਹੀਂ ਲੱਭ ਰਿਹਾ, ਕੰਮ ਇਹ ਕਰਨ ਵਾਲਾ ਸੀ ਕਿ ਪਬਲੀਕੇਸ਼ਨ ਡਿਪਾਰਟਮੈਂਟ ਤੇ ਪ੍ਰਿੰਟਿੰਗ ਡਿਪਾਰਟਮੈਂਟ ਕਿਹਦੇ ਅੰਡਰ ਆਉਂਦਾ। ਸਭ ਤੋਂ ਪਹਿਲਾ ਸਵਾਲ ਹੈ ਕਿਹਦੇ ਅੰਡਰ ਆਉਂਦਾ ਜੀ? ਪ੍ਰਧਾਨ ਦੇ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ। ਬਿਲਕੁਲ। ਦੂਸਰਾ ਚੀਫ ਸੈਕਟਰੀ ਦੇ, ਤੀਸਰਾ ਸੈਕਟਰੀ ਦੇ, ਚੌਥੇ ਕਿਸੇ ਬੰਦੇ ਦਾ ਰੋਲ ਨਹੀਂ ਜੇ। ਬਿਲਕੁਲ, ਜੇ ਤੇ ਸਪਸ਼ਟ ਗੱਲ ਕਰੀਏ, ਚੀਫ ਸੈਕਟਰੀ ਹਰਚਰਨ ਸਿੰਘ ਰਿਹਾ, ਨਾਲ ਸਕੱਤਰ ਰੂਪ ਸਿੰਘ ਰਿਹਾ। ਰੂਪ ਸਿੰਘ ਨੇ ਬਿਆਨ ਦੇ ਦਿੱਤਾ ਜੀ ਮੇਰਾ ਉਹਨਾਂ ਚੀਜ਼ਾਂ ਨਾਲ ਕੋਈ ਤਾਲੁਕ ਨਹੀਂ, ਜਦ ਕਿ ਪ੍ਰਧਾਨ ਨਾਲ ਸੈਕਟਰੀ ਤੇ ਚੀਫ ਸੈਕਟਰੀ ਹੀ ਪਬਲੀਕੇਸ਼ਨ ਵਿੰਗ ਦੇਖਦਾ, ਤੇ ਉਸੇ ਪਬਲੀਕੇਸ਼ਨ ਵਿੰਗ ਤੇ ਪ੍ਰਿੰਟਿੰਗ ਵਿੰਗ ਤੋਂ ਸਰਦਾਰ ਰੂਪ ਸਿੰਘ ਨੇ ਆਪਣੀਆਂ ਦਰਜਨਾਂ ਕਿਤਾਬਾਂ ਕਢਾਈਆਂ ਨੇ ਜੀ। ਪਰਚੇਜਿੰਗ ਵੀ ਸਾਰੀ ਇਹਨਾਂ ਦੇ ਅੰਡਰ ਹੈ, ਪੇਪਰ ਖਰੀਦ ਵੀ ਇਹਨਾਂ ਦੇ ਅੰਡਰ ਹੈ, ਬਾਈਂਡਿੰਗ ਵੀ ਇਹਨਾਂ ਦੇ ਅੰਡਰ ਹੈ, ਭੰਡਾਰਨ ਵੀ ਇਹਨਾਂ ਦੇ ਅੰਦਰ ਹੈ, ਵਿਤਰਨ ਵੀ ਇਹਨਾਂ ਦੇ ਅੰਡਰ ਹੈ ਜੀ। ਤੀਸਰੀ ਚੀਜ਼, ਛੇਵੀਂ ਚੀਜ਼ ਜਿਹੜੀ ਸਭ ਤੋਂ ਮੇਨ ਹੈਗੀ ਹੈ ਉਹ ਇਹ ਹੈਗੀ ਹੈ ਕਿ ਇਹਦਾ ਜਿਹੜਾ ਆਡਿਟ ਹੈਗਾ ਉਹ ਵੀ ਇਹਨਾਂ ਦੇ ਅੰਡਰ ਹੈ। ਇਹ ਕੌਮ ਨੂੰ ਦੱਸਿਆ ਹੀ ਨਹੀਂ ਕਿਸੇ ਨੇ। ਮਹਿਤਾ ਸਾਹਿਬ ਦਾ ਵੀ ਬਿਆਨ ਆ ਉਹਦੇ ਵਿੱਚ, ਰਜਿੰਦਰ ਸਿੰਘ ਮਹਿਤਾ ਜਿਹੜੇ ਨਹੀਂ, ਮਹਿਤਾ ਸਾਹਿਬ ਤਾਂ ਹੁਣ ਬਾਅਦ ਵਿੱਚ ਜੋ ਬੋਲ ਰਹੇ ਨੇ ਬੋਲਣ। ਦੇਖੋ ਹੁਣ ਉਦੋਂ ਅੰਤਰਿੰਗ ਕਮੇਟੀ 'ਚ ਤਾਂ ਪੰਜੋਲੀ ਵੀ ਸੀ, ਹੁਣ ਉਹ ਕਹਿੰਦਾ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸਾਡੇ ਤੇ ਲਾਗੂ ਨਹੀਂ ਹੁੰਦਾ। ਸਭ ਜਣੇ ਆਪੋ ਆਪਣੇ ਹਿਸਾਬ ਨਾਲ ਉਹਨੂੰ। ਕਰਨੈਲ ਸਿੰਘ ਪੰਜੋਲੀ ਨੇ ਨਹੀਂ ਬਿਆਨ ਦਰਜ ਕਰਵਾਏ? ਨਹੀਂ ਜੀ, ਕਮਿਸ਼ਨ ਬੁਲਾਉਂਦਾ ਹੀ ਨਹੀਂ ਨਾ ਕਿਸੇ ਨੂੰ, ਪਹਿਲੀ ਗੱਲ ਤਾਂ ਹੈਗੀ ਹੈ। ਨਹੀਂ, ਜਦੋਂ ਜਥੇਦਾਰ ਸਾਹਿਬ ਨੇ ਕਿਹਾ ਕਿ ਉਸ ਵੇਲੇ ਦੀ ਅੰਤਰਿੰਗ ਕਮੇਟੀ ਤੇ ਹੁਣ ਵੇਲੇ ਦੀ, ਉਹਨਾਂ ਸਾਰਿਆਂ ਦੇ ਉੱਤੇ ਸਵਾਲ ਉੱਠਦੇ ਨੇ। ਸਵਾਲ ਤਾਂ ਉੱਠ ਗਏ, ਚੁੱਕ ਗਏ। ਜਥੇਦਾਰ ਜੋ ਕੁਛ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਚੜ੍ਹ ਕੇ ਪੰਜ ਸਿੰਘ ਸਾਹਿਬਾਨ ਬੋਲ ਰਹੇ ਨੇ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦੀ ਸਕ੍ਰਿਪਟਡ ਫਿਲਮ ਚਲਾ ਰਹੇ ਨੇ। ਉਹ ਆਪਣੇ ਵੱਲੋਂ ਨਹੀਂ ਕਰ ਰਿਹਾ ਕੁਛ ਵੀ, ਕਿਉਂਕਿ ਪਲਾਨ ਬਣਾਇਆ ਗਿਆ ਕਿ ਬਈ ਹੁਣ ਕਿਸ ਢੰਗ ਨਾਲ ਮੁੜ ਤੋਂ ਇਹਨਾਂ ਨੂੰ ਸਥਾਪਿਤ ਕਰਨਾ ਸੁਖਬੀਰ ਹੋਰਾਂ ਨੂੰ। ਉਹ ਸਕ੍ਰਿਪਟਡ ਫਿਲਮ ਵਿੱਚ ਹੀ ਤੁਸੀਂ ਦੇਖੋ ਨਾ, ਇਹਦੇ ਕਾਂਡ ਦੇਖੋ ਤੁਸੀਂ ਕਿਵੇਂ ਵਾਪਰਦੇ ਨੇ। ਤੇ ਨਵਾਂ ਕਾਂਡ ਰਾਤ ਨੂੰ ਵਾਪਰ ਗਿਆ ਇਸ ਚੀਜ਼ ਦਾ, ਸਾਰੀ ਚੀਜ਼ ਦਾ। ਪਹਿਲਾਂ ਤਿੰਨੋਂ ਕਿਸਾਨੀ ਬਿੱਲਾਂ ਨੂੰ ਤੇ ਬਿਜਲੀ ਬਿੱਲਾਂ ਨੂੰ ਠੋਕ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਹਮਾਇਤ ਦੇ ਰਹੀ ਹੈ ਜੀ। ਪੂਰਾ ਅਕਾਲੀ ਦਲ ਹਮਾਇਤ ਦੇ ਰਿਹਾ ਹੈ, ਨਹੀਂ ਜਾਗ ਰਹੇ। ਤੇ ਤਿੰਨਾਂ ਬਿੱਲਾਂ ਤੇ ਬਿਜਲੀ ਬਿੱਲਾਂ ਬਾਰੇ ਪੂਰੇ ਪੰਥ ਵਿੱਚ ਔਰ ਪੰਜਾਬ ਵਿੱਚ ਸਭ ਤੋਂ ਪਹਿਲਾਂ ਦਾਸ ਬੋਲਿਆ। ਮੇਰੀ ਵੀਡੀਓ ਮੇਰੇ ਚੈਨਲ ਤੇ ਪਈ ਹੈ। ਸਭ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਤੋਂ ਵੀ ਪਹਿਲਾਂ ਬੋਲਿਆ ਮੈਂ। ਉਹਦੇ ਸਾਰੇ ਦੱਸੇ ਕਿ ਤੁਹਾਨੂੰ ਕੀ ਨੁਕਸਾਨ ਹੋਣਗੇ। ਅੱਜ ਉਹ ਸਾਰੇ ਮੰਨ ਰਹੇ ਨੇ, ਪਰ ਮੇਰਾ ਨਾਂ ਕਿਤੇ ਨਹੀਂ ਲੈਂਦੇ। ਅਤਿੰਦਰਪਾਲ ਸਿੰਘ ਜੀ, ਜੇ ਠੀਕ ਹੈ ਨਾ ਜੀ, ਮੈਂ ਸਕ੍ਰਿਪਟਡ ਦੀ ਗੱਲ ਕਰਦਾ ਥੋੜੀ ਜਿਹੀ। ਠੀਕ ਹੈ। ਉੱਥੋਂ ਜਿਸ ਵੇਲੇ ਇਹਨਾਂ ਨੇ ਦੇਖ ਲਿਆ ਵੀ ਹੁਣ ਤਾਂ ਮਸਲਾ ਭਖ ਗਿਆ, ਅਸੀਂ ਗਏ। ਹਰਸਿਮਰਤ ਤੋਂ ਇਸਤੀਫਾ, ਸਾਰਾ ਸਕ੍ਰਿਪਟਡ ਐਂਡ ਹੋਇਆ। ਪਹਿਲੇ ਹੀ ਕਾਂਡ ਹਰਸਿਮਰਤ ਤੋਂ ਇਸਤੀਫਾ। ਦੂਸਰਾ ਕਾਂਡ ਸੈਕਿੰਡ, ਲੋਂਗੋਵਾਲ ਨੂੰ ਕਿਹਾ ਅਕਾਲ ਤਖ਼ਤ ਤੇ ਪੇਸ਼ ਹੋ ਜਾਓ ਜੀ। ਤੀਸਰਾ, ਇਹਨਾਂ ਪੰਜ ਸਿੰਘ ਸਾਹਿਬਾਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਅਸੀਂ ਕਰਨਾ ਕੀ ਹੈ ਜੀ, ਕਿਉਂਕਿ ਇਹਨਾਂ ਨੇ ਜੇ ਸੱਦਿਆ ਹੁੰਦਾ ਤਾਂ ਪਤਾ ਹੁੰਦਾ ਨਾ। ਇਹਨਾਂ ਨੂੰ ਕਿਹਾ ਤੁਸੀਂ ਫਸੀਲ ਤੇ ਚੜ ਜਾਓ ਤੇ ਤੁਸੀਂ ਇਹ ਬੋਲ ਦਿਓ, ਲੋਂਗੋਵਾਲ ਤੂੰ ਇਹ ਬੋਲ ਦੇ, ਮਾਮਲਾ ਠੱਪ ਕਰੋ।
ਜੀ ਪਰ ਮਾਮਲਾ ਠੱਪ ਹੁੰਦਾ ਨਜ਼ਰ ਨਹੀਂ ਨਾ ਆ ਰਿਹਾ। ਠੀਕ ਹੈ ਨਾ ਜੀ। ਅਖੀਰ ਦੇ ਵਿੱਚ ਮੈਨੂੰ ਇਹ ਦੱਸੋ, ਸਮਾਂ ਸਾਡੇ ਕੋਲੇ ਘੱਟ ਹੈ, ਮੈਨੂੰ ਇਹ ਦੱਸੋ ਕਿ ਫਿਰ ਮੋਰਚਿਆਂ ਦਾ ਕੀ ਫਾਇਦਾ ਕਿ ਜਿਹੜੇ ਉੱਥੇ ਮੋਰਚਾ ਲਾਈ ਬੈਠੇ ਨੇ ਜਾਂ ਅਲੱਗ-ਅਲੱਗ ਥਾਵਾਂ ਤੇ ਪੰਜਾਬ ਭਰ ਵਿੱਚ ਕਿਤੇ ਨਾ ਕਿਤੇ ਛੋਟਾ-ਮੋਟਾ ਮੋਰਚਾ ਵੀ ਲਾਈ ਬੈਠੇ ਨੇ ਕਿ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ, ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ, ਕੀ ਇਹ ਵੀ ਸਕ੍ਰਿਪਟਡ ਲੱਗਦਾ ਤੁਹਾਨੂੰ? ਸਾਰਾ ਸਕ੍ਰਿਪਟਡ ਹੈ ਜੀ, ਟੋਟਲ ਸਕ੍ਰਿਪਟਡ ਹੈ। ਮੁੜ ਕੇ ਬਾਦਲਾਂ ਨੂੰ ਫੇਰ ਸੱਤਾ 'ਚ ਲਿਆਣਾ। ਨਹੀਂ, ਉਹਦੇ ਨਾਲ ਤਾਂ ਬਾਦਲਾਂ ਨੂੰ ਨੁਕਸਾਨ ਹੈ ਨਾ, ਜੇ ਮੋਰਚਾ ਹੁੰਦਾ, ਮੋਰਚੇ ਲੱਗੇ ਹੋਏ ਨੇ, ਲਗਾਤਾਰ ਇਲਜ਼ਾਮ ਤਰਾਸ਼ੀ ਇਹੀ ਹੈ ਕਿ ਸਾਰਾ ਕੁਝ ਇਹਨਾਂ ਦੇ ਇਸ਼ਾਰੇ ਤੇ ਹੋਇਆ। ਸ਼੍ਰੋਮਣੀ ਕਮੇਟੀ ਚ ਲੋਂਗੋਵਾਲ ਸਾਹਿਬ ਤੇ ਇਲਜ਼ਾਮ ਲੱਗਦੇ ਨੇ, ਜਥੇਦਾਰ ਸਾਹਿਬ ਨੂੰ, ਸਾਰਾ ਕੁਝ ਨੁਕਸਾਨ ਤਾਂ ਪੰਥਕ ਪਾਰਟੀ ਨੂੰ ਹੁੰਦਾ ਨਾ। ਦੇਖੋ ਸੁਖਜਿੰਦਰ ਜੀ, ਤੁਸੀਂ ਜ਼ਿਆਦਾ ਸਿਆਣੇ ਹੋ ਕਿਉਂਕਿ ਤੁਸੀਂ ਹਰ ਪਾਸੇ ਇਹ ਬਤੌਰ ਐਂਕਰ ਜਾਂਦੇ ਹੋ, ਚੈਨਲਾਂ ਦਾ ਕੰਮ ਹੈਗਾ ਜੀ। ਮੈਂ ਇਸੇ ਤੇ ਤੁਹਾਨੂੰ ਇੱਕ ਸਵਾਲ ਕਰਦਾ ਜੀ, ਮੈਨੂੰ ਤੁਸੀਂ ਇਹ ਦੱਸੋ ਕਿ ਪੰਥਕ ਵਿਰੋਧੀ ਧਿਰਾਂ ਵਿੱਚੋਂ ਜੀ, ਬਾਦਲ ਤੋਂ ਸਿਵਾ ਬਾਕੀ ਸਾਰੀਆਂ ਪੰਥਕ ਵਿਰੋਧੀ ਧਿਰਾਂ ਨੇ ਜੀ, ਸਿਮਰਨਜੀਤ ਸਿੰਘ ਮਾਨ ਦਾ ਕੋਈ ਬਿਆਨ ਆਇਆ? ਮਾਨ ਸਾਹਿਬ ਦਾ ਵੀ ਉਹਦੇ ਵਿੱਚ ਬਿਆਨ ਦਰਜ ਹੈ? ਨਹੀਂ ਹੈਗਾ ਜੀ। ਜਿਹੜੀ ਉਹ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਨਹੀਂ ਹੈਗਾ, ਉਹਦੇ ਵਿੱਚ ਮਾਨ ਸਾਹਿਬ ਹੋਣਾ ਚਾਹੀਦਾ ਸੀ, ਨਹੀਂ ਹੈਗਾ। ਮੈਂ ਕਿਹਾ ਹਵਾਰੇ ਦਾ ਕੋਈ ਬਿਆਨ ਆਇਆ? ਹਵਾਰਾ ਕਮੇਟੀ ਦਾ ਬਿਲਕੁਲ ਨਹੀਂ ਆਇਆ ਨਾ ਜੀ। ਜਥੇਦਾਰ ਪੈਰਲਲ ਜਥੇਦਾਰ ਹੈ ਹਵਾਰਾ ਤੇ ਉਹਦੀ ਕਮੇਟੀ ਪ੍ਰਤੀਨਿਧ ਹੈ, ਬਿਲਕੁਲ ਨਹੀਂ ਆਇਆ। ਠੀਕ ਆ ਨਾ ਜੀ। ਆਪਣਾ ਭੋਰ ਦਾ ਕੋਈ ਬਾਹਰ ਓਪਨਲੀ ਬਿਆਨ ਆਇਆ? ਪੰਥਕ ਅਸੈਂਬਲੀ ਚਲਾ ਰਿਹਾ, ਨਹੀਂ ਆਇਆ। ਕੇਵਲ ਸਿੰਘ ਦਾ ਕੋਈ ਬਿਆਨ ਆਇਆ? ਨਹੀਂ ਆਇਆ। ਆਪਣਾ ਦਲ ਖਾਲਸਾ ਦਾ ਇਸ ਇਸ਼ੂ ਤੇ ਕੋਈ ਬਿਆਨ ਆਇਆ? ਨਹੀਂ ਆਇਆ। ਉਸ ਤੋਂ ਬਾਅਦ ਜਿੰਨੀਆਂ ਵੀ ਪੰਥਕ ਧਿਰਾਂ ਨੂੰ ਆਪਣਾ ਉਦੋਕੇ ਸਾਹਿਬ ਇਕੱਠਾ ਕਰਕੇ ਉੱਥੇ ਲੈਕਚਰ ਦੇ ਰਹੇ ਨੇ, ਉਹਨਾਂ ਦਾ ਬਿਆਨ ਆਇਆ? ਨਹੀਂ ਆਇਆ। ਜਿੰਨੀਆਂ ਵੀ ਪ੍ਰਚਾਰਕ ਕਥਾਵਾਚਕ ਤੇ ਜਿਹੜੇ ਕਥਾਵਾਚਕ ਪ੍ਰਚਾਰਕ ਐਂਕਰ ਵੀ ਬਣ ਗਏ ਨੇ, ਹੁਣ ਰਿਪੋਰਟ ਮੇਰੇ ਛਾਇਆ ਕੀਤੇ ਨੂੰ ਤਾਂ ਹਫਤਾ ਹੋ ਗਿਆ, SGPC ਨੇ ਵੀ ਛਾਇਆ ਕੀਤੇ ਨੂੰ ਹੁਣ ਤਾਂ 72 ਘੰਟੇ ਹੋ ਗਏ, ਕੋਈ ਬਿਆਨ ਆਇਆ ਕਿਸੇ ਦਾ? ਨਹੀਂ ਆਇਆ। ਇਸ ਸੇਮ ਉਹੀ ਸਿਚੁਏਸ਼ਨ ਹੈ। ਅਮਰੀਕ ਮੰਡ ਸਾਹਿਬ ਦਾ ਕੋਈ ਬਿਆਨ ਆਇਆ? ਰਣਜੀਤ ਸਿੰਘ ਦਾ ਕੋਈ ਬਿਆਨ ਆਇਆ ਜਥੇਦਾਰ ਸਾਹਿਬ का? क्यों नहीं आ रहे? सेम पोजीशन है जो बरगाड़ी वेले सी, सारी दुनिया कहती सी बरगाड़ी मोर्चा है, मेरे तो बड़े दूषण उदों की लगदा 1100 बंदे दी रिपोर्ट भी भोग रहे होणगे इहनू। मैं उदों भी यही गल कही सी कि बरगाड़ी मोर्चा इन्हां ने लवाया ते जदों चाहणगे खत्म करा लैणगे। हो गया ना जी। उस विचों की सारे कहंदे सी ना भी सट तां बादलां नूं वजनी है, पर बादल उभर के आई सी सामने जी। ਨਿਊਟਨ ਦੇ ਲਾ ਤੇ ਬੜੀ ਪਲੈਨਿੰਗ ਚੱਲ ਰਹੀ ਹੈ। ਜਿਹੜੀ SS ਸਾਰੋਂ ਸਾਹਿਬ ਦੀ ਨਿਯੁਕਤੀ ਕੀਤੀ ਹੈ ਉਹਨੂੰ ਕਿਦਾਂ ਦੇਖਦੇ ਹੋ? ਉਹ ਵੀ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਵੱਲ ਹੈ ਨਾ, ਕਿਤੇ ਨਾ ਕਿਤੇ ਕਦਮ ਪੁੱਟਿਆ ਗਿਆ ਕਿ ਹੁਣ ਅਗਲੇ ਸਮੇਂ ਸ਼੍ਰੋਮਣੀ ਕਮੇਟੀ ਚੋਣਾਂ ਹੋ ਜਾਣਗੀਆਂ, ਨੁਕਸਾਨ ਤਾਂ ਜਿਹੜਾ ਉਹ ਸਾਰੇ ਪਾਸੇ ਹੁੰਦਾ ਨਹੀਂ। ਇਹ ਦੇਖੋ ਜੀ, ਇਹ ਵੀ ਇੱਕ ਬੜੀ ਵੱਡੀ ਸਾਜ਼ਿਸ਼ ਔਰ ਪਲਾਨਿੰਗ ਹੈ। ਇਹ ਮੋਦੀ ਦੀ ਹਿੰਦੂਤਵਾ ਸਿਆਸਤ ਦੀ ਪਲਾਨਿੰਗ ਹੈ। ਉਹਨੇ ਨਾ ਤਾਂ ਕਿਸਾਨੀ ਇਸ਼ੂ ਤੇ ਕੁਝ ਕਰਨਾ, ਹਲੇ ਉਹਨੇ ਦੇਖਣਾ ਬਿਹਾਰ ਦੀ ਇਲੈਕਸ਼ਨ ਆ ਤੇ ਬਿਹਾਰ ਦੀਆਂ ਇਲੈਕਸ਼ਨਾਂ ਵਿੱਚ ਜੇ ਉਹ ਜਿੱਤ ਜਾਂਦੀ ਹੈ, ਕਿਸਾਨਾਂ ਦਾ ਕੁਛ ਨਹੀਂ ਜੇ ਹੋਣਾ। ਬਿਹਾਰ ਦੀਆਂ ਇਲੈਕਸ਼ਨਾਂ ਤੋਂ ਇਲਾਵਾ 22 ਹੋਰ ਇਲੈਕਸ਼ਨਾਂ ਨੇ, ਮਤਲਬ ਮਿਡ ਟਰਮ ਪੋਲ ਨੇ 22, ਉਹਨਾਂ ਦੇ ਉਹ ਰਿਜ਼ਲਟ ਦੇਖਣਗੇ ਜੀ। ਠੀਕ ਆ ਨਾ ਜੀ। ਉਸ ਤੋਂ ਬਾਅਦ ਹਿੰਦੂਤਵਾ ਤੈਅ ਕਰੇਗੀ ਕਿ ਵੀ ਮੇਰਾ ਹਿੰਦੂਤਵਾ ਏਜੰਡਾ ਔਰ ਰਾਮ ਮੰਦਰ ਦਾ ਏਜੰਡਾ ਵਾਕਈ ਸਫਲ ਹੈ ਕਿ ਨਹੀਂ ਹੈ। ਉਹ ਆਪਣੀ ਪਲਾਨਿੰਗ ਫੇਰ ਬਣਾਉਣਗੇ। ਇਹ ਬਾਦਲਾਂ ਨੇ ਜਿਹੜੀ ਆਪਣੇ ਸਰਵਾਈਵਲ ਵਾਸਤੇ ਭਾਜਪਾ ਨੂੰ ਲੱਤ ਮਾਰੀ ਹੈ, ਤੇ ਭਾਜਪਾ ਨੇ ਆਪਣੇ ਸਰਵਾਈਵਲ ਵਾਸਤੇ ਬਾਦਲਾਂ ਨੂੰ ਇੰਜੈਕਸ਼ਨ ਠੋਕ ਦਿੱਤਾ ਕਿ ਵੀ ਮੈਂ SGPC ਦੀ ਇਲੈਕਸ਼ਨ ਕਰਾਉਂਗੀ। ਹੁਣ ਮੁੱਦਾ ਜੇ ਕਿ ਸਿੱਖ ਧਿਰ ਰਿਸ਼ਤੇ ਸਾਰੀਆਂ ਧਿਰਾਂ ਆਪਣੇ ਆਪ ਹੀ ਜਾ ਕੇ ਦਿੱਲੀ ਅੱਗੇ ਵਿਕਾਊ ਬੈਠੀਆਂ ਨੇ, ਚਾਹੇ ਉਹ ਢੀਂਡਸਾ ਹੋਏ, ਚਾਹੇ ਉਹ ਬਾਦਲ ਹੋਏ, ਚਾਹੇ ਉਹ ਮਾਨ ਹੋਏ, ਚਾਹੇ ਉਹ ਦੂਜੀਆਂ ਉਹ ਤੀਜੀਆਂ ਜਿੰਨੀਆਂ ਮਰਜ਼ੀ ਹੋਣ। ਠੀਕ ਆ ਨਾ ਜੀ। ਹੁਣ ਉਹਨੇ ਇੰਜੈਕਸ਼ਨ ਠੋਕ ਦਿੱਤਾ ਕਿ ਭਈ ਮੇਰੇ ਕੋਲ ਆਓ, ਜਿਹੜੇ ਆਓਗੇ ਅਸੀਂ ਕਿਹਨੂੰ ਥਾਪੀ ਦੇਣੀ ਹੈ। ਤੇ ਮੈਂ ਤੁਹਾਡੇ ਚੈਨਲ ਲਈ ਅਨਾਉਂਸ ਕਰਨਾ ਚਾਹੁੰਦਾ, ਖਾਲਸਾ ਪੰਥ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਬਾਦਲਾਂ ਤੋਂ ਵਧੀਆ ਜੋ ਭਾਰਤ ਦਾ ਸਿਸਟਮ ਹੈ, ਹਿੰਦੂਤਵੀ ਸਿਸਟਮ ਹੈ, ਉਸ ਨੂੰ ਬਾਦਲਾਂ ਤੋਂ ਵਧੀਆ ਵਿਕਾਊ, ਝੋਲੀ ਚੁੱਕ ਤੇ ਉਹਨਾਂ ਦੇ ਏਜੰਡੇ ਨੂੰ ਪੂਰਾ ਕਰਨ ਵਾਲਾ ਬੰਦਾ ਜੇ ਤੇ ਸਿੱਖ ਕੌਮ ਵਿੱਚ ਮਿਲ ਗਿਆ ਤਾਂ ਉਸ ਦੇ ਹੱਥ ਧਰਨਗੇ, ਨਹੀਂ ਤੇ ਉਹ ਮੁੜ ਕੇ ਫਿਰ ਬਾਦਲਾਂ ਤੇ ਹੱਥ ਧਰ ਗਏ, ਬਾਦਲ ਫਿਰ ਵਿੱਚ ਆਉਣਗੇ ਜੀ। ਇਸ ਦਾ ਟੋਟਲ ਏਜੰਡਾ। ਸ਼ੁਕਰੀਆ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ ਜੀ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1100 ਪੰਨਿਆਂ ਦੀ ਜਿਹੜੀ ਸਰੂਪਾਂ ਦੀ ਲਾਪਤਾ ਹੋਣ ਦੀ ਰਿਪੋਰਟ ਸਾਹਮਣੇ ਆਈ, ਉਹਦੇ ਉੱਤੇ ਬੜੇ ਖੁੱਲ੍ਹ ਕੇ ਵਿਚਾਰ ਰੱਖੇ। ਸਾਰਿਆਂ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਆਖਿਰਕਾਰ ਇਸ ਮਸਲੇ ਤੇ ਹੁਣ ਬੋਲਿਆ ਕਿਉਂ ਨਹੀਂ ਜਾ ਰਿਹਾ। ਜਿਹੜੇ ਮੋਰਚਾ ਲਾ ਕੇ ਬੈਠੇ ਨੇ ਉਹ ਕਿਉਂ ਨਹੀਂ ਖੁੱਲ੍ਹ ਕੇ ਸਾਹਮਣੇ ਆਉਂਦੇ, ਜਾਂ ਜਿਹੜੇ ਪਹਿਲਾਂ ਵਿਰੋਧ ਕਰਦੇ ਸੀ ਉਹ ਹੁਣ ਕਿੱਥੇ ਨੇ। ਦੂਜੀ ਗੱਲ ਜਿਹੜਾ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਜੇ ਚੋਣਾਂ ਹੁੰਦੀਆਂ ਤਾਂ ਉਹਦੇ ਵਿੱਚ ਭਾਜਪਾ ਦੀ ਸ਼ਮੂਲੀਅਤ ਕਿਸ ਤਰ੍ਹਾਂ ਦੀ ਹੋਏਗੀ। ਤੁਹਾਡਾ ਇਸ ਬਾਰੇ ਕੀ ਕਹਿਣਾ, ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਲੋਕਰੰਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।